हाँ जी, इंद्रप्रीत कौर जी, वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਹੀ ਗੁਰੂ ਪਿਆਰਿਆਂ ਨੂੰ ਜੀ ਆਇਆਂ। ਜਿਸ ਤਰ੍ਹਾਂ ਕੱਲ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਅੱਜ ਦਾ ਸਾਡਾ ਵਿਸ਼ਾ ਸਾਡੀ ਬੱਚੀ ਇੰਦਰਪ੍ਰੀਤ ਕੌਰ ਅਨੰਦਪੁਰ ਸਾਹਿਬ ਤੋਂ, ਜਿਨ੍ਹਾਂ ਨੂੰ ਇੱਕ ਸਬਜੈਕਟ ਸੀਗਾ ਅੰਮ੍ਰਿਤ ਦੀ ਕੀ ਲੋੜ ਹੈ, ਅੰਮ੍ਰਿਤ ਦੀ ਕੀ ਮਹਾਨਤਾ ਹੈ, ਅੰਮ੍ਰਿਤ ਛਕਣਾ ਕਿਉਂ ਜ਼ਰੂਰੀ ਹੈ। ਕੁਛ ਇਹੋ ਜਿਹੇ ਸਬਜੈਕਟ ਗੱਲਾਂ ਸੀ ਜਿਹੜੀਆਂ ਆਮ ਸਮਾਜ ਵਿੱਚ ਸਾਡੇ ਖਾਸ ਕਰਕੇ ਨੌਜਵਾਨ ਪੀੜ੍ਹੀ ਵੱਲੋਂ ਇਹ ਸਵਾਲ ਉਠਾਏ ਜਾਂਦੇ ਹਨ। ਇਹ ਯੂਥ ਵੱਲੋਂ ਜੋ ਸਵਾਲ ਉਠਾਏ ਜਾਂਦੇ ਹਨ, ਉਹਦੇ ਸੰਬੰਧ ਵਿੱਚ ਅੱਜ ਦੇ ਵਿਸ਼ੇ ਨੂੰ ਸ਼ਾਮਿਲ ਕੀਤਾ ਗਿਆ। ਔਰ ਆਪ ਜੀ ਵੱਲੋਂ ਦਿੱਤੇ ਹੋਏ ਸੁਝਾਵਾਂ ਦੇ ਅਨੁਸਾਰ ਕਿ ਲੇਡੀਜ਼ ਦੀ ਪਾਰਟਿਸਿਪੇਸ਼ਨ ਵੀ ਜ਼ਰੂਰੀ ਹੈ, ਤੋ ਅੱਜ ਇੰਦਰਪ੍ਰੀਤ ਕੌਰ ਜੀ ਸਾਡੇ ਨਾਲ ਇਸੇ ਵਿਸ਼ੇ ਦੇ ਉੱਤੇ ਵਿਚਾਰ ਸਾਂਝੀਆਂ ਕਰਨਗੇ। ਤੋ ਮੈਂ ਬੇਨਤੀ ਕਰ ਰਿਹਾ ਹਾਂ ਬੱਚੀ ਇੰਦਰਪ੍ਰੀਤ ਕੌਰ ਜੀ, ਜੋ ਪ੍ਰਿੰਸੀਪਲ ਸਾਹਿਬ ਸੁਰਿੰਦਰ ਸਿੰਘ ਜੀ ਦੀ ਬੇਟੀ ਹੈ, ਇਹ ਵੀ ਮੈਂ ਤੁਹਾਨੂੰ ਪਹਿਲਾਂ ਕਿ ਦੱਸ ਦਿਆਂ, ਤੇ ਇਹ ਅੱਜ ਇਸ ਵਿਸ਼ੇ ਨੂੰ ਨਿਭਾਉਣਗੇ। ਤੇ ਇਹ ਵਿਸ਼ਾ ਅੰਮ੍ਰਿਤ ਦੀ ਕੀ ਮਹਾਨਤਾ ਹੈ, ਬੱਚੀ ਇੰਦਰਪ੍ਰੀਤ ਕੌਰ ਜੀ, ਅਨੰਦਪੁਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੇ ਹੀ ਬੜੇ ਖੁਸ਼ਕਿਸਮਤ ਹਾਂ ਜਿਨ੍ਹਾਂ ਨੂੰ ਵਿਸ਼ਵ ਪੱਧਰ ਤੇ ਫੈਲੇ ਹੋਏ ਕਰੋਨਾ ਵਾਇਰਸ ਦੇ ਬਹਾਨੇ ਸਿੱਖ ਮਿਸ਼ਨਰੀ ਕਾਲਜ ਹੈੱਡ ਆਫਿਸ ਲੁਧਿਆਣਾ ਵੱਲੋਂ ਚਲਾਈ ਜਾ ਰਹੀ ਆਨਲਾਈਨ ਗੁਰਮਤ ਕਲਾਸ ਵਿੱਚ ਬੈਠ ਕੇ ਪਿਛਲੇ ਕਾਫੀ ਸਮੇਂ ਤੋਂ ਗੁਰਮਤ ਵਿਚਾਰਾਂ ਸਾਂਝੀਆਂ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੱਜ ਜੋ ਵਿਚਾਰ ਮੈਂ ਆਪ ਜੀ ਦੇ ਨਾਲ ਸਾਂਝੇ ਕਰਨੇ ਹਨ, ਉਸ ਦਾ ਵਿਸ਼ਾ ਹੈ ਅੰਮ੍ਰਿਤ ਦੀ ਮਹਾਨਤਾ। ਆਪਣਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪ ਜੀ ਦੇ ਨਾਲ ਇੱਕ ਸੱਚੀ ਘਟਨਾ ਸਾਂਝੀ ਕਰ ਦੇਣਾ ਚਾਹੁੰਦੀ ਹਾਂ। ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਸੱਚਖੰਡ ਵਾਸੀ ਗਿਆਨੀ ਪ੍ਰੇਮ ਸਿੰਘ ਜੀ ਖੜਗ ਦੀ ਅਗਵਾਈ ਵਿੱਚ 5 ਪਿਆਰੇ ਸਹਿਬਾਨ ਤਰਨ ਤਾਰਨ ਦੇ ਇੱਕ ਪਿੰਡ ਵਿੱਚ ਅੰਮ੍ਰਿਤ ਸੰਚਾਰ ਲਈ ਗਏ। ਮਰਿਆਦਾ ਮੁਤਾਬਕ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਸਮੇਂ ਗੁਰਦੁਆਰਾ ਸਾਹਿਬ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਬੰਦ ਕਰ ਦਿੱਤੇ ਗਏ। ਫਿਰ ਦਰਵਾਜ਼ਾ ਖਟਖਟਾਇਆ। ਜਦੋਂ ਦਰਵਾਜ਼ਾ ਖੋਲਿਆ ਤਾਂ ਇੱਕ ਮਾਤਾ ਨੇ 3 ਸਾਲ ਦੇ ਬੱਚੇ ਨੂੰ ਬਾਣਾ ਸਜਾ ਕੇ ਲਿਆਂਦਾ ਹੋਇਆ ਸੀ। ਗੁਰੂ ਸਾਹਿਬ ਅੱਗੇ ਨਤਮਸਤਕ ਹੋ ਕੇ ਉਹਨਾਂ ਨੇ ਜਥੇਦਾਰ ਜੀ ਕੋਲ ਜਾ ਕੇ ਬੇਨਤੀ ਕੀਤੀ ਕਿ ਜਥੇਦਾਰ ਜੀ, ਇਸ ਬੱਚੇ ਨੂੰ ਵੀ ਅੰਮ੍ਰਿਤ ਛਕਾਓ। ਜਥੇਦਾਰ ਜੀ ਦਾ ਜਵਾਬ ਸੀ ਕਿ ਇਸ ਨੂੰ ਹਲੇ ਵੱਡਾ ਹੋਣ ਲੈਣ ਦਿਓ, ਇਸ ਦੀ ਉਮਰ ਹਲੇ ਛੋਟੀ ਹੈ, ਜਦੋਂ ਇਹ 12 ਸਾਲ ਦਾ ਹੋਵੇਗਾ ਉਦੋਂ ਇਸ ਨੂੰ ਅੰਮ੍ਰਿਤ ਛਕਾਇਆ ਜਾਵੇਗਾ। ਤਾਂ ਉਸ ਸੁਚੇਤ ਮਾਤਾ ਦਾ ਜਵਾਬ ਸੀ ਕਿ ਜਥੇਦਾਰ ਜੀ, ਗੁਰਬਾਣੀ ਦਾ ਫਰਮਾਨ ਹੈ, ਨਿਗੁਰੇ ਕੋ ਗਤ ਕਾਈ ਨਹੀਂ। ਤੇ ਇਹ ਵੀ ਨਹੀਂ ਪਤਾ ਕਿ ਇਸਨੇ 12 ਸਾਲ ਦੀ ਉਮਰ ਜਿਉਣੀ ਹੈ ਵੀ ਹੈ ਜਾਂ ਪਹਿਲਾਂ ਹੀ ਚਲਾਣਾ ਕਰ ਜਾਣਾ ਹੈ। ਜੇ ਨਿਗੁਰਾ ਇਹ ਬੱਚਾ ਨਿਗੁਰਾ ਇਸ ਸੰਸਾਰ ਤੋਂ ਚਲਾ ਗਿਆ ਤਾਂ ਇਸ ਦਾ ਇਹ ਨਿਗੁਰੇ ਮਰਨ ਦਾ ਕਾਰਨ ਕੌਣ ਹੋਵੇਗਾ? ਜਥੇਦਾਰ ਜੀ ਤੁਸੀਂ ਜਾਂ ਮੈਂ? ਜਥੇਦਾਰ ਜੀ ਕੋਲ ਕੋਈ ਜਵਾਬ ਨਹੀਂ ਸੀ। ਮਾਤਾ ਨੇ ਬੇਨਤੀ ਕੀਤੀ ਕਿ ਤੁਸੀਂ ਇਸ ਨੂੰ ਅੰਮ੍ਰਿਤ ਛਕਾਓ। 12 ਸਾਲ ਤੱਕ ਇਸ ਦੀ ਰਹਿਤ ਬਹਿਤ ਅਤੇ ਮਰਿਆਦਾ ਦੀ ਜ਼ਿੰਮੇਵਾਰੀ ਮੇਰੀ ਹੋਵੇਗੀ, ਤੇ ਜਦੋਂ ਇਹ ਵੱਡਾ ਹੋਵੇਗਾ ਤਾਂ ਦਸ਼ਮੇਸ਼ ਪਿਤਾ ਆਪ ਇਸ ਦੇ ਰਾਖਾ ਹੋਣਗੇ। ਫਿਰ ਉਹਨਾਂ ਦੀ ਮਰਜ਼ੀ, ਉਹਨਾਂ ਨੇ ਇਹਨੂੰ ਆਪਣੀ ਗੋਦ ਵਿੱਚ ਬਿਠਾਉਣਾ ਹੈ ਜਾਂ ਧੱਕੇ ਮਾਰ ਕੇ ਬਾਹਰ ਕੱਢਣਾ ਹੈ। ਕਾਸ਼ ਅੱਜ ਸਾਡੀਆਂ ਮਾਤਾਵਾਂ ਵੀ ਇਤਨੀਆਂ ਸੁਚੇਤ ਹੁੰਦੀਆਂ ਤਾਂ ਕੌਮ ਦੀ ਕਿੰਨੀ ਚੜ੍ਹਦੀ ਕਲਾ ਹੋਣੀ ਸੀਗੀ। ਬਾਬਾ ਕਬੀਰ ਜੀ ਦਾ ਪਾਵਨ ਵਚਨ ਹੈ, ਕੂਕਰ ਸੂਕਰ ਜੌਨ ਭ੍ਰਮੇ ਤਉ ਲਾਜ ਨਾ ਆਈ, ਰਾਮ ਨਾਮ ਛਾੜ ਅੰਮ੍ਰਿਤ ਕਾਹੇ ਬਿਕ
खाई। सो आओ गुरु प्यारिओ, सब तो पहला ये समझिए कि अमृत है की। पुरातन समय तो ही भारतीय लोग अमृत ਨੂੰ ਅਜਿਹੀ ਸ਼ਕਤੀ ਮੰਨਦੇ ਹਨ ਜੋ ਮੁਰਦੇ ਨੂੰ ਅਮਰ ਕਰ ਦਿੰਦੀ ਹੈ। ਅੰਮ੍ਰਿਤ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ, ਐੜਾ ਜਮਾ ਮ੍ਰਿਤ ਤੋਂ। ਮ੍ਰਿਤ ਦਾ ਭਾਵ ਹੈ ਮ੍ਰਿਤਿਉ, ਅਤੇ ਜਦੋਂ ਇਸ ਨਾਲ ਐੜਾ ਸ਼ਬਦ ਅਗੇਤਰ ਲੱਗ ਜਾਂਦਾ ਹੈ ਤਾਂ ਇਸ ਦਾ ਅਰਥ ਬਣ ਜਾਂਦਾ ਹੈ ਮੌਤ ਰਹਿਤ। ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਗੁਰਮਤ ਮਾਰਤੰਡ ਵਿੱਚ ਅੰਮ੍ਰਿਤ ਲਫ਼ਜ਼ ਦਾ ਅਰਥ ਲਿਖਦੇ ਹਨ ਕਿ ਉਹ ਪਦਾਰਥ ਜਾਂ ਉਹ ਜਲ ਜਿਸ ਦੇ ਪੀਣ ਨਾਲ ਬੰਦਾ ਮੌਤ ਰਹਿਤ ਭਾਵ ਅਮਰ ਹੋ ਜਾਵੇ, ਉਸ ਨੂੰ ਅੰਮ੍ਰਿਤ ਕਹਿੰਦੇ ਹਨ। ਇਹ ਯਾਦ ਰਹੇ ਕਿ ਗੁਰਬਾਣੀ ਵਿੱਚ ਹਰ ਮਨੁੱਖ ਦਾ ਦੋ ਕਿਸਮ ਦਾ ਜਨਮ ਅਤੇ ਦੋ ਕਿਸਮ ਦੇ ਮੌਤ ਦੀ ਗੱਲ ਕੀਤੀ ਗਈ ਹੈ। ਪਹਿਲੀ ਮੌਤ ਹੈ ਸਰੀਰਕ ਮੌਤ, ਜੋ ਹਰ ਇਨਸਾਨ ਤੇ ਆਉਂਦੀ ਹੈ, ਹਰ ਜੀਵ ਤੇ ਆਉਂਦੀ ਹੈ। ਇਸ ਤੋਂ ਕਦੇ ਵੀ ਕੋਈ ਬਚ ਨਹੀਂ ਸਕਿਆ। ਕਰੇ ਕੋਟ ਕਉ ਧਰੇ ਕੋਟ ਓਟੰ, ਬਚੇਗਾ ਨਾ ਕੋਉ ਕਰੇ ਕਾਲ ਚੋਟੰ। ਦੂਜੀ ਕਿਸਮ ਦੀ ਮੌਤ ਹੈ ਆਤਮਿਕ ਮੌਤ। ਜਦੋਂ ਇਨਸਾਨ ਜਿਉਂਦਾ ਜਾਗਦਾ, ਖਾਂਦਾ ਪੀਂਦਾ, ਹੱਸਦਾ ਖੇਡਦਾ, ਸੰਸਾਰੀ ਜੀਵਨ ਭੋਗਦਾ ਹੋਇਆ ਮੋਹ ਮਾਇਆ ਵਿੱਚ ਫਸ ਕੇ परिपूर्ण परमात्मा ਨੂੰ ਭੁਲਾ ਕੇ ਇਨਸਾਨੀਅਤ ਤੋਂ ਗਿਰੇ ਹੋਏ ਕੰਮ ਕਰਨ ਲੱਗ ਪਵੇ ਤਾਂ ਸਮਝੋ ਉਸ ਇਨਸਾਨ ਦੀ ਆਤਮਿਕ ਮੌਤ ਹੋ ਚੁੱਕੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਹਨ, ਆਖਾਂ ਜੀਵਾਂ ਬਿਸਰੈ ਮਰ ਜਾਉ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਹੁਕਮ ਕਰਦੇ ਹਨ, ਸਤਿਗੁਰ ਸਿਉ ਚਿਤ ਨਾ ਲਾਇਓ, ਹਰ ਨਾਮ ਨਾ ਲੱਗੋ ਪਿਆਰ, ਮਤ ਤੂੰ ਜਾਣੋ ਉਹ ਜੀਵ ਦੇ, ਉਹ ਆਪ ਮਾਰੇ ਕਰਤਾਰ। ਇਸ ਆਤਮਿਕ ਮੌਤ ਤੋਂ देवी देवते भी नहीं बच सके। श्री गुरु नानक देव जी महाराज ने राग गौड़ी विच आत्मिक मौत दी फाही विच फसे हुए दैवी गुणा वाले महान बंदियां दी बहुत लंबी लिस्ट बनाई है। प्रथमे ब्रह्मा काले कर आया, ब्रह्म कमल प्याल ना पाया, आज्ञा नहीं लीनी भरम भुलाया, जो उपजै सो काल संघारिया, हम हर राखे गुर शब्द विचारिया। इसे तरह ही इंसान दा दो किस्म दा जन्म है। पहला जन्म ਜਦੋਂ ਮਨੁੱਖ ਆਪਣੇ ਮਾਤਾ ਦੇ ਉਦਰ ਵਿੱਚੋਂ ਪੈਦਾ ਹੁੰਦਾ ਹੈ। ਗੁਰਬਾਣੀ ਦਾ ਫਰਮਾਨ ਹੈ, ਜਾਂ ਤਿਸ ਭਾਣਾ ਤਾ ਜੰਮਿਆ, ਪਰਿਵਾਰ ਭਲਾ ਪਾਇਆ, ਜਾਂ ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤਲਾਇਆ। ਤੇ ਦੂਜਾ ਜਨਮ ਕਿਹੜਾ ਹੈ? ਦੂਜਾ ਜਨਮ ਹੈ, ਸਤਿਗੁਰੂ ਜੀ ਦਾ ਫਰਮਾਨ ਹੈ, ਸਤਿਗੁਰ ਕੇ ਜਨਮੈ ਗਵਨ ਮਿਟਾਇਆ। ਭਾਵ ਜਦੋਂ ਤੱਕ ਸਿੱਖ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲਾ ਨਹੀਂ ਬਣ ਜਾਂਦਾ, ਉਦੋਂ ਤੱਕ ਉਹ ਆਪਣਾ ਮਨੁੱਖਾ ਜਨਮ ਸਫਲ ਨਹੀਂ ਕਰ ਸਕਦਾ। ਪੁਰਾਤਨ ਜਨਮ ਸਾਖੀ ਅਨੁਸਾਰ श्री गुरु नानक देव जी महाराज ਅਤੇ ਭਾਈ ਮਰਦਾਨਾ ਜੀ ਬਗਦਾਦ ਵਿੱਚ ਇੱਕ ਕਬਰਿਸਤਾਨ ਵਿੱਚੋਂ ਲੰਘ ਰਹੇ ਸਨ। ਕਬਰਿਸਤਾਨ ਵਿੱਚੋਂ ਲੰਘਦੇ ਸਮੇਂ ਭਾਈ ਮਰਦਾਨਾ ਜੀ ਨੇ ਇੱਕ ਹੈਰਾਨਕੁਨ ਨਜ਼ਾਰਾ ਤੱਕਿਆ ਕਿ ਕਬਰਾਂ ਵਿੱਚ ਦੱਬੇ ਹੋਏ ਮਨੁੱਖਾਂ ਦੇ ਸਰਾਣੇ ਇੱਕ ਬੋਰਡ ਲੱਗਿਆ ਹੋਇਆ ਹੈ, ਜਿਸ ਉੱਤੇ ਉਹਨਾਂ ਦੀ ਪੂਰੀ ਜਾਣਕਾਰੀ ਤੇ ਉਮਰ ਲਿਖੀ ਹੋਈ ਹੈ। ਭਾਈ ਮਰਦਾਨਾ ਜੀ ਨੇ ਸਤਿਗੁਰੂ ਜੀ ਨੂੰ ਪੁੱਛਿਆ, ਸੱਚੇ ਪਾਤਸ਼ਾਹ, ਇਸ ਕਬਰਿਸਤਾਨ ਵਿੱਚ ਮੈਂ ਕਿਸੇ ਵੀ ਮਨੁੱਖ ਦੀ ਉਮਰ 20 ਸਾਲ ਤੋਂ ਵੱਧ ਨਹੀਂ ਤੱਕੀ, ਕਿ ਇੱਥੋਂ ਦੇ ਲੋਕਾਂ ਦੀ ਉਮਰ 20 ਸਾਲ ਤੋਂ ਵੱਧ ਨਹੀਂ ਹੁੰਦੀ? ਤਾਂ ਗੁਰੂ ਸਾਹਿਬ ਜੀ ਦਾ ਜਵਾਬ ਸੀ, ਭਾਈ ਮਰਦਾਨਾ ਜੀ, ਹਰ ਧਰਮੀ ਮਨੁੱਖ ਦਾ ਜਨਮ ਉਸਦੇ ਧਰਮ ਪ੍ਰਵੇਸ਼ ਤੋਂ ਮੰਨਿਆ ਜਾਂਦਾ ਹੈ। ਇਹਨਾਂ ਵਿੱਚੋਂ ਕਿਸੇ ਨੇ 20 ਸਾਲ ਪਹਿਲਾਂ ਧਰਮ ਧਾਰਨ ਕੀਤਾ ਹੈ ਤੇ ਕਿਸੇ ਨੇ 15 ਸਾਲ ਪਹਿਲਾਂ ਧਰਮੀ ਜੀਵਨ ਜਿਉਣਾ ਸ਼ੁਰੂ ਕੀਤਾ ਹੈ। ਜਦੋਂ ਤੱਕ ਮਨੁੱਖ ਆਪਣੇ ਇਸ਼ਟ ਗੁਰੂ ਦੇ ਹੁਕਮ ਮੁਤਾਬਕ ਧਰਮ ਪ੍ਰਵੇਸ਼ ਨਹੀਂ ਕਰ ਲੈਂਦਾ, ਉਸ ਜਨਮੇ ਹੋਏ ਨਿਗੁਰੇ ਮਨੁੱਖ ਨੂੰ ਅਣਜੰਮਿਆ ਹੀ ਸਮਝਣਾ ਚਾਹੀਦਾ। ਇਸੇ ਤਰ੍ਹਾਂ ਗੁਰਸਿੱਖਾਂ ਨੂੰ ਵੀ ਕਿਸੇ ਭੁਲੇਖੇ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ। ਮੈਂ ਆਪ ਸਭ ਨੂੰ ਇੱਥੇ ਇੱਕ ਬੇਨਤੀ ਕਰਾਂਗੀ ਕਿ ਜਦੋਂ ਅਸੀਂ ਆਪਣੀ ਡੇਟ ਆਫ ਬਰਥ ਮੌਕੇ ਜਾਂ ਆਪਣੇ ਬੱਚਿਆਂ ਦੇ ਜਨਮ ਦਿਨ ਮੌਕੇ ਉਹ ਜਨਮ ਦਿਨ ਮਨਾਉਂਦੇ ਹਾਂ, ਉਸ ਜਨਮ ਤਰੀਕ ਨੂੰ ਜਨਮ ਦਿਨ ਬੰਦ ਕਰਕੇ ਖੰਡੇ ਬਾਟੇ ਦੀ ਦਾਤ ਪ੍ਰਾਪਤ ਕਰਨ ਵਾਲੇ ਦਿਨ ਨੂੰ ਹੀ ਆਪਣਾ ਅਸਲੀ ਜਨਮ ਦਿਨ ਸਮਝਣਾ ਚਾਹੀਦਾ ਹੈ, ਕਿਉਂਕਿ ਇਸੇ ਜਨਮ ਦਿਨ ਸਦਕਾ ਹੀ ਸਾਡਾ ਡੇਟ ਆਫ ਬਰਥ ਵਾਲਾ ਜਨਮ ਸਫਲ ਸਮਝਿਆ ਜਾ ਸਕਦਾ ਹੈ। ਕਿਉਂਕਿ ਭਾਈ ਗੁਰਦਾਸ ਜੀ ਫਰਮਾਨ ਕਰਦੇ ਹਨ, ਪਹਿਲਾਂ ਗੁਰਸਿੱਖ ਜਨਮ ਲੈ ਭੈ ਵਿੱਚ ਵਰਤੇ ਹੋਏ ਇਆਣਾ, ਗੁਰਸਿੱਖ ਫੈਲਿਆ ਗੁਰਸਿੱਖ ਹੋਏ ਭਾਏ ਭਗਤ ਵਿੱਚ ਖਰਾ ਸਿਆਣਾ। ਹਿੰਦੂ ਇਤਿਹਾਸ ਦਾ ਹਵਾਲਾ ਦਿੰਦੇ ਹੋਏ ਧੰਨ ਗੁਰੂ ਅਮਰਦਾਸ ਜੀ ਫਰਮਾਉਂਦੇ ਹਨ ਕਿ ਰਾਖਸ਼ ਭਾਵ ਭੈੜੀ ਬੁੱਧੀ ਵਾਲੇ ਅਤੇ ਦੇਵੀ ਦੇਵਤੇ ਭਾਵ ਦੇਵੀ ਗੁਣਾ ਦੇ ਮਾਲਕ ਵੀ ਇਸ ਅੰਮ੍ਰਿਤ ਦੀ ਖੋਜ ਵਿੱਚ ਹੀ ਭਟਕਦੇ ਰਹੇ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਸੋ ਐਸੇ ਮਹਾਨ ਸਮੇਂ ਵਿੱਚ, ਭਿਆਨਕ ਸਮੇਂ ਦੇ ਵਿੱਚ ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਪੁਰਾਤਨ ਜਨਮ ਸਾਖੀ ਅਨੁਸਾਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੁਰ ਦਰਗਾਹ ਤੋਂ ਹੀ ਨਾਮ ਰੂਪੀ ਅੰਮ੍ਰਿਤ ਦਾ ਬਾਟਾ ਲੈ ਕੇ ਇਸ ਸੰਸਾਰ ਵਿੱਚ ਪ੍ਰਗਟ ਹੋਏ। ਗੁਰੂ ਨਾਨਕ ਪਾਤਸ਼ਾਹ ਨੇ ਮਨੁੱਖਤਾ ਨੂੰ ਸਮਝਾ ਦਿੱਤਾ ਕਿ ਆਤਮਿਕ ਮੌਤ ਤੋਂ ਬਚਣ ਲਈ ਉਹ ਅੰਮ੍ਰਿਤ ਕਿਹੜਾ ਹੈ। ਗੁਰੂ ਪਾਤਸ਼ਾਹ ਦੱਸਦੇ ਹਨ,
हर का नाम अमृत जल निर्मल, ए औखद जग सारा, जां अमृत नाम परमेश्वर तेरा, जो सिमरै सो जीवै। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅੰਮ੍ਰਿਤ ਹੈ ਕਿੱਥੇ ਹੈ। ਇਸ ਗੱਲ ਦਾ ਜਵਾਬ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਆਪਣੀ ਬਾਣੀ ਵਿੱਚ ਦਿੰਦੇ ਹਨ। ਨਾਨਕ ਅੰਮ੍ਰਿਤ ਮਨੈ ਮਾਹੇ, ਪਾਈਆ ਗੁਰ ਪ੍ਰਸਾਦ, ਤਿਨੀ ਪੀਤਾ ਰੰਗ ਸਿਓ, ਜਿਨ ਕੋ ਲਿਖਿਆ ਆਦ। ਹੁਣ ਅਗਲਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਅੰਮ੍ਰਿਤ ਪ੍ਰਾਪਤ ਕਿਵੇਂ ਹੋਵੇ। ਇਸ ਗੱਲ ਦਾ ਜਵਾਬ ਵੀ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਆਪਣੀ ਪਾਵਨ ਬਾਣੀ ਦੇ ਵਿੱਚ ਦਿੰਦੇ ਹਨ। ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ, ਸਹਿਜੇ ਪਾਵੇ ਕੋਏ, ਜਿਨ੍ਹਾਂ ਪ੍ਰਾਪਤ ਤਿਨ ਪਿਆ, ਹਉਮੈ ਵਿੱਚੋਂ ਕੋਏ। ਭਾਵ ਗੁਰੂ ਕੇ ਭਾਣੇ, ਗੁਰੂ ਦੇ ਹੁਕਮ ਅਤੇ ਗੁਰੂ ਦੱਸੀ ਜੀਵਨ ਯੁੱਗ ਵਿੱਚ ਰਹਿ ਕੇ ਹੀ ਇਸ ਅੰਮ੍ਰਿਤ ਦੀ ਪ੍ਰਾਪਤੀ ਹੋ ਸਕਦੀ ਹੈ। ਤਾਂ ਹੀ ਤਾਂ ਦਸ਼ਮੇਸ਼ ਪਿਤਾ ਜੀ ਦਾ ਹੁਕਮ ਹੈ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਗੁਰੂ ਸਾਹਿਬ ਬਾਣੀ ਵਿੱਚ ਫਰਮਾਨ ਕਰਦੇ ਹਨ ਕਿ ਇਸ ਨਾਮ ਰੂਪੀ ਅੰਮ੍ਰਿਤ ਦੀ ਪ੍ਰਾਪਤੀ ਕੇਵਲ ਤੇ ਕੇਵਲ ਮਨੁੱਖਾ ਦੇਹੀ ਵਿੱਚ ਹੀ ਹੋ ਸਕਦੀ ਹੈ। ਗੁਰਬਾਣੀ ਦਾ ਫਰਮਾਨ ਹੈ, ਇਸ ਦੇਹੀ ਕੇ ਅਧਿਕ ਕਾਮ, ਪਰ ਸਭ ਤੋਂ ਸ਼੍ਰੋਮਣੀ ਕਰਮ ਕੀ ਹੈ? ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਦ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਬੂ ਨਾ ਵਿਆਪੇ ਚਿੰਤਾ। ਸਾਧ ਸੰਗਤ ਜੀ, ਇਸ ਲਈ ਮਨੁੱਖਾ ਜ਼ਿੰਦਗੀ ਦਾ ਅਸਲੀ ਨਿਸ਼ਾਨਾ ਹੈ ਨਾਮ ਰੂਪੀ ਅੰਮ੍ਰਿਤ ਛਕਣਾ। ਤਾਂ ਹੀ ਤਾਂ ਗੁਰੂ ਸਾਹਿਬ ਕਹਿੰਦੇ ਹਨ ਕਿ ਅੰਮ੍ਰਿਤ ਛਕਣ ਨੂੰ ਆਲਸ ਕਿਉਂ ਕਰਦੇ ਹੋ। ਗੁਰੂ ਫਰਮਾਨ ਹੈ, ਆਪਣੇ ਕਾਜ ਕੋ ਕਿਉਂ ਅਲਕਾਈਐ, ਜਿਤ ਸਿਮਰਨ ਦਰਗਾਹ ਮੁਖ ਉਜਲ, ਸਦਾ ਸਦਾ ਸੁਖ ਪਾਈਏ। ਗੁਰੂ ਰੂਪ ਪੰਜ ਪਿਆਰੇ ਸਹਿਬਾਨ ਵੱਲੋਂ ਤਿਆਰ ਕੀਤਾ ਗਿਆ ਖੰਡੇ ਬਾਟੇ ਦਾ ਅੰਮ੍ਰਿਤ ਹੀ ਦਰਅਸਲ ਨਾਮ ਅੰਮ੍ਰਿਤ ਹੈ। ਖੰਡੇ ਬਾਟੇ ਦੀ ਪਾਹੁਲ ਅਤੇ ਨਾਮ ਰੂਪੀ ਅੰਮ੍ਰਿਤ ਵਿੱਚ ਕੋਈ ਫਰਕ ਨਹੀਂ, ਕਿਉਂਕਿ ਗੁਰਬਾਣੀ ਵਿੱਚ ਜਿੱਥੇ ਨਾਮ ਨੂੰ ਅੰਮ੍ਰਿਤ ਆਖਿਆ ਗਿਆ ਹੈ, ਉੱਥੇ ਹੀ ਤੁਰਕੀ ਬਾਣੀ ਨੂੰ ਅੰਮ੍ਰਿਤ ਦੀ ਸੰਗਿਆ ਦਿੱਤੀ ਗਈ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਦਰਅਸਲ ਅੰਮ੍ਰਿਤ ਇੱਕ ਪ੍ਰਣ ਹੈ ਜੋ ਇੱਕ ਜਿਗਿਆਸੂ ਆਪਣੇ ਇਸ਼ਟ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੇ ਸਨਮੁਖ ਖੜੇ ਹੋ ਕੇ ਕਰਦਾ ਹੈ। ਇਹ ਸਤਿਗੁਰੂ ਜੀ, ਮੈਂ ਆਪ ਜੀ ਦੁਆਰਾ ਦਿੱਤੇ ਹੋਏ ਹੁਕਮ ਨੂੰ ਮੰਨਦਾ ਹੋਇਆ ਔਗਣਾ ਦਾ ਤਿਆਗ ਕਰਕੇ ਸ਼ੁਭ ਗੁਣਾ ਦਾ ਧਾਰਨੀ ਬਣੂੰਗਾ। ਅੰਮ੍ਰਿਤ ਦੇ ਦਾਤੇ ਸਰਬੰਸ ਦਾਨੀ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ 30 ਮਾਰਚ 1699 ਦੀ ਵਿਸਾਖੀ ਵਾਲੇ ਦਿਨ ਇਹ ਪ੍ਰਣ ਪਹਿਲਾਂ ਆਪ ਕਰਕੇ ਫਿਰ ਸਾਨੂੰ ਇਸ ਪ੍ਰਣ ਦੀ ਦ੍ਰਿੜਤਾ ਸਮਝਾਈ। ਭਾਵ ਪਹਿਲਾਂ ਅੰਮ੍ਰਿਤ ਛਕਾਇਆ, ਫਿਰ ਆਪ ਅੰਮ੍ਰਿਤ ਛਕ ਕੇ ਖਾਲਸਾ ਪੰਥ ਇਹ ਮਰਿਆਦਾ ਨਿਭਾਉਣ ਦਾ ਅਧਿਕਾਰ ਖਾਲਸਾ ਪੰਥ ਨੂੰ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਦੇ ਦਿੱਤਾ। ਇਸ ਲਈ ਹਰ ਸਿੱਖ ਨੂੰ ਹੁਕਮ ਹੈ, ਪ੍ਰਥਮ ਰਹਿ ਜੈ ਜਾਨ, ਖੰਡੇ ਕੀ ਪਾਹੁਲ ਛਕੈ, ਸੋਈ ਸਿੱਖ ਪ੍ਰਧਾਨ, ਅਵਰ ਨਾ ਪਾਹੁਲ ਜੋ ਲਹਿ। ਅੰਮ੍ਰਿਤ ਛਕ ਕੇ ਹਰ ਸਿੱਖ ਸੰਤ ਸਿਪਾਹੀ ਦਾ ਰੂਪ ਧਾਰਨ ਕਰ ਲੈਂਦਾ ਹੈ। ਅੰਮ੍ਰਿਤ ਦੀ ਮਰਿਆਦਾ ਇੱਕ ਸੰਪੂਰਨ ਮਨੁੱਖ ਦੀ ਸਿਰਜਣਾ ਕਰਦੀ ਹੈ। ਨਿਤਨੇਮ ਦੀਆਂ ਪੰਜਾਂ ਬਾਣੀਆਂ ਦਾ ਪਾਠ ਮਾਨੋ ਰੋਜ਼ਾਨਾ ਹੀ ਅੰਮ੍ਰਿਤ ਛਕਣ ਦੇ ਬਰਾਬਰ ਹੈ। ਇਹਨਾਂ ਪੰਜਾਂ ਬਾਣੀਆਂ ਵਿੱਚੋਂ ਸਿੱਖ ਨੇ ਰੋਜ਼ਾਨਾ 5 ਗੁਣ ਦ੍ਰਿੜ ਕਰਨੇ ਹਨ, ਜਿਵੇਂ ਜਪਜੀ ਤੋਂ ਭਗਤੀ, ਜਾਪ ਤੋਂ ਸ਼ਕਤੀ, ਸਵਈਏ ਤੋਂ ਤਿਆਗ, ਚੌਪਈ ਤੋਂ ਨਿਮਰਤਾ ਅਤੇ ਆਨੰਦ ਸਾਹਿਬ ਦੀ ਬਾਣੀ ਤੋਂ ਕੋਮਲਤਾ ਪ੍ਰਾਪਤ ਕਰਕੇ ਖਾਲਸੇ ਨੇ ਸੰਪੂਰਨਤਾ ਹਾਸਲ ਕਰਨੀ। ਭਾਈ ਗੁਰਦਾਸ ਜੀ ਹਰੇਕ ਸਿੱਖ ਨੂੰ 7 ਗੁਣਾਂ ਦਾ ਧਾਰਨੀ ਹੋਣਾ ਜ਼ਰੂਰੀ ਕਰਾਰ ਦਿੰਦੇ ਹੋਏ ਫਰਮਾਨ ਕਰਦੇ ਹਨ, ਸਤ ਸੰਤੋਖ ਦਿਆ ਧਰਮ, ਨਾਮ ਦਾਨ ਇਸ਼ਨਾਨ ਦ੍ਰਿੜਾਇਆ, ਗੁਰਸਿੱਖ ਲੈ ਗੁਰਸਿੱਖ ਸਦਾਇਆ। ਗੁਰੂ ਫਰਮਾਨ ਹੈ, ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾ ਹੈ। ਸਿੱਖ ਨੇ ਯਾਦ ਰੱਖਣਾ ਹੈ ਕਿ ਕਿਸੇ ਸਰੋਵਰ, ਬੌਲੀ ਜਾਂ ਤੀਰਥ ਅਸਥਾਨ ਤੋਂ ਬੋਤਲਾਂ ਜਾਂ ਕੈਨੀਆਂ ਵਿੱਚ ਭਰ ਕੇ ਲਿਆਂਦਾ ਹੋਇਆ ਪਾਣੀ ਜਾਂ ਕਿਸੇ ਧਾਰਮਿਕ ਸਥਾਨ ਤੇ ਸਲਾਬੇ ਕਾਰਨ ਕੰਧਾਂ ਜਾਂ ਛੱਤਾਂ ਵਿੱਚੋਂ ਚੌਂਦਾ ਹੋਇਆ ਪਾਣੀ ਅੰਮ੍ਰਿਤ ਨਹੀਂ ਕਹਾ ਸਕਦਾ। ਇਸੇ ਤਰ੍ਹਾਂ ਅਖੰਡ ਪਾਠ ਵੇਲੇ ਵਰੁਣ ਦੇਵਤੇ ਜਾਂ ਖਵਾਜਾ ਦੇਵਤਾ ਦੀ ਪੂਜਾ ਦੇ ਸੂਚਕ ਕੁੰਭ ਜਾਂ ਗੜਵੇ ਵਿੱਚ ਰੱਖਿਆ ਹੋਇਆ ਪਾਣੀ ਅੰਮ੍ਰਿਤ ਨਹੀਂ ਅਖਵਾ ਸਕਦਾ। ਤੇ ਭੇਖੀ ਪਖੰਡੀ ਸਾਧਾ ਸੰਤਾਂ ਦੇ ਪੈਰ ਧੋ ਕੇ ਉਸਨੂੰ ਅੰਮ੍ਰਿਤ ਦਾ ਆਖਣਾ ਮੂਰਖਤਾ ਦੀ ਨਿਸ਼ਾਨੀ ਹੈ। ਦਸ਼ਮੇਸ਼ ਪਿਤਾ ਜੀ ਨੇ ਅੰਮ੍ਰਿਤ ਤਿਆਰ ਕਰਨ ਦਾ ਕੇਵਲ ਇੱਕੋ ਹੀ ਵਿਧਾਨ ਬਣਾਇਆ ਹੈ, 5 ਸਿੰਘ ਅੰਮ੍ਰਿਤ ਜੋ ਦੇਵੈ, ਤਾਂ ਕੋ ਸਿਰ ਧਰ ਪੁੰਨ ਛਕ ਲੇਵੈ, ਪੁੰਨ ਮਿਲ ਪੰਚੋ ਰਹਿਤ ਜੋ ਭਾਖੈ, ਤਾਂ ਕੋ ਮਨ ਮੈਂ ਦ੍ਰਿੜ ਕਰ ਰਾਖੈ। ਗੁਰੂ ਦੱਸੀ ਵਿਧੀ ਅਨੁਸਾਰ ਪੰਜਾਂ ਪਿਆਰਿਆਂ ਦੁਆਰਾ ਤਿਆਰ ਕੀਤੇ ਅੰਮ੍ਰਿਤ ਨੂੰ ਕਿਸੇ ਜਥੇ, ਕਿਸੇ ਟਕਸਾਲ, ਕਿਸੇ ਕਾਲਜ ਜਾਂ ਪ੍ਰਬੰਧਕ ਕਮੇਟੀ ਦਾ ਅੰਮ੍ਰਿਤ ਨਹੀਂ ਆਖਿਆ ਜਾ ਸਕਦਾ। ਇਹ ਅੰਮ੍ਰਿਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਅੰਮ੍ਰਿਤ ਹੈ। ਗੁਰੂ ਫਰਮਾਨ ਹੈ, ਅੰਮ੍ਰਿਤ ਪੀਆ
सतगुरु दिया अवर न जाना दुआ दिया। अमृत की शक्ति ने ना केवल हिंदुस्तान बल्कि सर्व मानवता की काया कल्प करके रख दी। गुरमत के प्रकाश तो पहला हिंदुस्तान के निमाणे निताणे ते सदियों तो गुलामी का जीवन जी रहे मनुखा की यह धारणा बन चुकी सी। हम तो तोलन जाने तकड़ी, नंगी गर्द कबू नहीं पकड़ी, चिड़ी उड़े डर से मर जाए, मुगलों से कैसे लड़ पाए। उन्हां ही सिखा ने अमृत छक के जालम जरवाने नूं ललकारना शुरू कर दिता। धर लूंगा एक एक को शमशीर के आगे, रख दूंगा दिल जिगर कलेजा चीर के आगे। जे दुनिया तो झुकती फिरती है तकदीर के आगे, जे तकदीर भी झुक जाए, जो काफी समय से बेकार पड़ा था, उतर जाएगा जंग जो इस पे चढ़ा था। अमृत ने सिखा नूं पंथक शक्ति ते गुरु पंथ दे रूप विच बदल के रख दिता। अमृत ने सिखा नूं केवल गुरु दे लड़ ही नहीं लाया, सगों सिख गुरु ते अकाल पुरख तिन्हां नूं एक रूप बना दिता। ताही तां दशमेश पिता जी दा फरमान है, आत्म रस जो जानी सो है खालस देव, प्रभ में मोह में तास में रंचित नाही पे। अमृत ने दो विरोधी समझे जाने वाले गुण संत ते सिपाही पुणे नूं इक्को इंसान विच प्रगट करके एक संपूर्ण मनुख की सिरजना कर दित्ती। ताही तां प्रोफेसर टाइम भी लिखते हैं कि जिस संपूर्ण मनुख की सिरजना श्री गुरु नानक देव जी ਅਤੇ श्री गुरु गोबिंद सिंह जी महाराज ने खालसे के रूप विच कर दित्ती, उस मनुख नालों संपूर्ण मनुख इस संसार के नक्शे ते होर किते भी नहीं है। अमृत की शक्ति ने मनु ऋषि द्वारा पैदा किए हुए जात पात के मजबूत किले नूं ढह ढेरी करके रख दिता। ब्राह्मण खत्तरी वैश्य शूद्र सारियां नूं इक्को बाटे विच अमृत छका के एक पिता एकस के हम बारिक होने का एहसास करवाया। इतिहास गवाह है कि हिंदुस्तान विच पैदा हुए जैनी अते बोधियां वर्गे अनेका ही धर्म ब्राह्मणवाद के समुद्र विच गर्क हो चुके हैं, पर अमृत की शक्ति अते पंज ककारां दी वरती ने सिख कौम की होंद नूं सਦੀवी बरकरार रखिया है। जब लग खालसा रहे नियारा, तब लग तेज दियो मैं सारा, जब ए गह विपरण की रीत, मैं ना करूं इनकी प्रतीत वाले गुरु के वचन ने सिखी दे न्यारेपन नूं हमेशा कायम रखा। अमृत दी महानता ने एका नारी जती होए पर नारी ती भैन बखाने जां, देख पराइयां चंगियां मामा भैना धीयां जाने जां, पुट्ठा हुक्का चरस तंबाकू गांजा टोपी ताड़ी खाकू, इनकी और न कबहू देखे, रहत बंद सो सिंह विसेखे। आप दे सिद्धांत ने मनुखता नूं अते खास करके सिखां नूं कैंसर अते एड्स वर्गियां भयानक बीमारियां तो हमेशा ਲਈ बचा लिया है। एक गल चंगी तरह समझ लेनी चाहिए है कि अमृत की शक्ति पिछे सिखी की रहत कमाई ही काम करती है। रहत जो गुरबाणी पुरातन रहतनामे अते श्रोमणी गुरुद्वारा प्रबंधक कमेटी वालों छापी हुई पंथ प्रवानित सिख रहत मर्यादा विच अंकित है। तो सारे सिखां ने इस मर्यादा अनुसार अपना जीवन जिउणा है। रहत मर्यादा है कि इसका उत्तर है कि अपनी मत ਜਾਂ ਮਨਮਤ ਨੂੰ ਤਿਆਗ ਕੇ ਗੁਰਬਾਣੀ ਵਿੱਚ ਦੱਸੇ ਹੋਏ ਗੁਰਮਤਿ ਸਿਧਾਂਤਾਂ ਨੂੰ ਧਾਰਨ ਕਰਨਾ। ਗੁਰੂ ਪਾਤਸ਼ਾਹ ਦਾ ਫਰਮਾਨ ਹੈ, ਇਤ ਮਾਰਗ ਚੱਲੇ ਭਾਈੜੇ ਗੁਰ ਕਹਿ ਸੁਕਾਰ ਕਮਾਈ ਜਿਓ, ਤਿਆਗੇ ਮਨ ਕੀ ਮਤਰੀ ਵਿਸਾਰੇ ਦੂਜਾ ਭਾਉ ਜਿਓ, ਉਹ ਪਾਵੇ ਹਰ ਦਰ ਸਾਬੜਾ ਨਹਿ ਲੱਗੈ ਤਤੀ ਭਾਉ ਜਿਓ। ਗੁਰੂ ਦੇ ਸ਼ਬਦ ਦੀ ਕਮਾਈ ਹੀ ਅਸਲੀ ਰਹਿਤ ਹੈ, ਜੋ ਮਨੁੱਖਾ ਮਨ ਵਿੱਚੋਂ ਵਿਕਾਰਾਂ ਨੂੰ ਖਤਮ ਕਰਕੇ धर्म का प्रकाश कर दिया। गुरवाक है, रहत रहत रह जाए विकारा गुर पूवे के शब्द अपारा। गुरु दे शब्द की कमाई नाल ही एक सिख दा खास सुभाव बन जाता है, जो उसनूं बुराई तो रोकता है अते धर्म तो कदे भी डिगण नहीं दिंदा, भावें किन्नियां ही मुश्किलां क्यों ना उसके सामने आ जाण। गुरु वर्गा सुभाव बनाउण दे लई सिख नूं रोजाना नितनेम करन दी हिदायत है। इह सुभाव ही सी जिसने चौहां साहिबजादियां पंजा प्यारियां बाबा बंदा सिंह जी, भाई मतीदास जी, भाई सतीदास जी, भाई दयाला जी, भाई सुबेग सिंह जी, भाई शाहबाज सिंह जी, भाई तारा सिंह जी वाह, भाई जीवन सिंह जी, भाई संगत सिंह जी वर्गे अनेका ही लामिसाल शहीद पैदा कर दिते। पश्चिमी विद्वान मिस्टर व्हीलन ने बहुत सोहना लिखा है कि असली खुशी या शांति किसी संयम या असूल विच रह के ही प्राप्त
किसी शायर ने भी बड़ा सोहना लिखा है, शर्त है आजादी की है कुछ पाबंदियां, इनका जो पाबंद है वो असल में आजाद। जिमें एक मच्छी पानी विच रह के ही आजादी का आनंद मान सकती है, उसे तरह एक सिख गुरबाणी की सेध विच रह के ही अपना मनुखा जन्म फल कर सकता है। रैणी रहे सोई सिख मेरा, वो ठाकुर में उसका चेहरा, रहत बिना ने सिंह कहावे, रहत बिना दर चोटा खावे, रहत बिना तनखाई जानो, रहत बिना जड़ भूत बखानो, रहत बिना सुख कबू न ले हैं, तांते रहत सो दृढ़ कर गए हैं। सो हर गुरसिख लई गुरु मिलाप, प्रभु मिलाप ਅਤੇ ਸੱਚਖੰਡੀ ਅਵਸਥਾ ਦਾ ਮਾਲਕ ਬਣਨ ਲਈ ਅੰਦਰੂਨੀ ਅਤੇ ਬਹਿਰੂਨੀ ਭਾਵ ਤਨ ਅਤੇ ਮਨ ਦੋਵਾਂ ਦੀ ਰਹਿਤ ਰੱਖਣੀ ਜ਼ਰੂਰੀ ਹੈ। ਮਨ ਦੀ ਰਹਿਤ ਕੀ ਹੈ? ਗੁਰਬਾਣੀ ਸਿਧਾਂਤਾਂ ਅਨੁਸਾਰ ਜੀਵਨ ਜੀਉਣਾ, ਅਤੇ ਤਨ ਦੀ ਰਹਿਤ ਪੰਜ ਕਕਾਰੀ ਵਰਦੀ ਦੇ ਧਾਰਨੀ ਹੋਣਾ। ਰਹਿਤਨਾਮਿਆਂ ਵਿੱਚ ਹਰ ਸਿੱਖ ਲਈ ਇਹ ਹੁਕਮ ਹੈ, ਕੱਛ ਕੇਸ ਕੰਘਾ ਕਿਰਪਾਨ, कड़ा और जो करो बखान, ये पांच कक्के तुम मानो, गुरु ग्रंथ साहिब को जानो। गुरबाणी का फरमान है, गुरसिख मीत चलो गुर चाली, जो गुर कह सोई पल मानो, हर हर कथा निराली। जिथे अमृत गुरु सिख ਅਤੇ ਅਕਾਲ ਪੁਰਖ ਨੂੰ ਇੱਕ ਰੂਪ ਬਣਾ ਦਿੰਦਾ ਹੈ, ਉੱਥੇ ਕੁਝ ਮਨਮੁਖ ਲੋਕ ਅੰਮ੍ਰਿਤ ਛਕਣ ਤੋਂ ਕੰਨੀ ਕਤਰਾਉਂਦੇ ਹੋਏ ਜੋ ਨਿਗਰਾ ਉਹ ਬਾਤਾਂ ਜਾਣੇ हर दरगाह है भ्रष्टी दे महावाक अनुसार कई शंके ਅਤੇ ਦਲੀਲਾਂ ਵੀ ਕਰਦੇ ਹਨ। ਕਈ ਵੀਰ ਕਹਿੰਦੇ ਹਨ ਕਿ ਮਨ ਸੱਚਾ ਹੋਣਾ ਚਾਹੀਦਾ ਹੈ ਜੀ, ਅੰਮ੍ਰਿਤ ਛਕਣ ਦੀ ਕੀ ਲੋੜ ਹੈ। ਮੈਂ ਉਹਨਾਂ ਵੀਰਾਂ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਕੀ ਤੁਹਾਡਾ ਮਨ ਦਸ਼ਮੇਸ਼ ਪਿਤਾ ਜੀ ਨਾਲੋਂ ਵੀ ਸੱਚਾ ਹੈ? ਜੇ ਉਹਨਾਂ ਨੂੰ ਅੰਮ੍ਰਿਤ ਛਕਣ ਦੀ ਲੋੜ ਹੈ ਤਾਂ ਸਾਨੂੰ ਕਿਉਂ ਨਹੀਂ? ਕਈ ਵੀਰ ਕਹਿੰਦੇ ਹਨ ਕਿ ਗੁਰਬਾਣੀ ਵਿੱਚ ਲਿਖਿਆ ਹੈ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਫਿਰ ਬਾਹਰਲਾ ਅੰਮ੍ਰਿਤ ਛਕਣ ਦੀ ਕੀ ਲੋੜ ਹੈ? ਮੈਂ ਉਹਨਾਂ ਵੀਰਾਂ ਨੂੰ ਉੱਤਰ ਦੇਣਾ ਚਾਹੁੰਦੀ ਹਾਂ ਕਿ ਕਈ ਵਾਰੀ ਹੈਂਡ ਪੰਪ ਪਾਣੀ ਦੇਣਾ ਬੰਦ ਕਰ ਦਿੰਦਾ ਹੈ। ਉਸ ਹੈਂਡ ਪੰਪ ਦੇ ਪਾਣੀ ਨੂੰ ਬਾਹਰ ਕੱਢਣ ਦੇ ਲਈ ਉੱਤੋਂ ਪਾਣੀ ਪਾਇਆ ਜਾਂਦਾ ਹੈ। ਉਸੇ ਤਰ੍ਹਾਂ ਸਾਡੇ ਅੰਦਰਲੇ ਅੰਮ੍ਰਿਤ ਨੂੰ ਪ੍ਰਗਟ ਕਰਨ ਦੇ ਲਈ ਗੁਰੂ ਰੂਪ ਪੰਜ ਪਿਆਰਿਆਂ ਵੱਲੋਂ ਖੰਡੇ ਬਾਟੇ ਦਾ ਅੰਮ੍ਰਿਤ ਪਾ ਕੇ ਅਤੇ ਰਹਿਤ ਦ੍ਰਿੜ ਕਰਵਾ ਕੇ ਦੀ ਕੋਈ ਲੋੜ ਨਹੀਂ। ਉਹਨਾਂ ਭੁੱਲੜ ਵੀਰਾਂ ਨੂੰ ਮੈਂ ਦੱਸ ਦੇਣਾ ਚਾਹੁੰਦੀ ਹਾਂ ਕਿ ਅੰਮ੍ਰਿਤ ਦੀ ਮਰਿਆਦਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਈ ਸੀ। ਇਸ ਗੱਲ ਦੀ ਗਵਾਹੀ ਭਾਈ ਗੁਰਦਾਸ ਜੀ ਭਰਦੇ ਹਨ, ਚਰਨ ਧੋਏ ਰਹਿ ਰਾਸ ਕਰ, ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ। ਪਹਿਲੇ ਪਾਤਸ਼ਾਹ ਤੋਂ ਲੈ ਕੇ ਮਾਰਚ 1699 ਤੱਕ ਸਿੱਖੀ ਵਿੱਚ ਪ੍ਰਵੇਸ਼ ਕਰਨ ਵਾਲਿਆਂ ਨੂੰ ਚਰਨਾ ਅੰਮ੍ਰਿਤ ਦੁਆਰਾ ਹੀ ਸਿੱਖ ਬਣਾਇਆ ਜਾਂਦਾ ਸੀ। 30 ਮਾਰਚ ਸਨ 1699 ਦੀ ਵਿਸਾਖੀ ਵਾਲੇ ਦਿਨ ਦਸ਼ਮੇਸ਼ ਪਿਤਾ ਜੀ ਨੇ ਇਸ ਵਿਧਾਨ ਵਿੱਚ ਤਬਦੀਲੀ ਕਰਕੇ ਜਦੋਂ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਗੁਰਗੱਦੀ ਬਖਸ਼ਣੀ ਸੀ, ਚਰਨਾ ਅੰਮ੍ਰਿਤ ਨੂੰ ਖੰਡੇ ਬਾਟੇ ਦੇ ਅੰਮ੍ਰਿਤ ਵਿੱਚ ਤਬਦੀਲ ਕਰਕੇ ਹੁਕਮ ਕੀਤਾ, ਪ੍ਰਥਮ ਰਹਿਤ ਚੈ ਜਾਨ ਖੰਡੇ ਕੀ ਪਾਹੁਲ ਛਕੈ, ਸੋਈ ਸਿੱਖ ਪ੍ਰਧਾਨ ਅਵਰ ਨਾ ਪਾਹੁਲ ਜੋ ਲਹੈ। ਸੋ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਬਣਨ ਲਈ ਹੁਣ ਪਹਿਲਾਂ ਦਸ਼ਮੇਸ਼ ਪਿਤਾ ਜੀ ਦੇ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਬਹੁਤ ਜ਼ਰੂਰੀ ਹੈ। ਕਈ ਵੀਰਾਂ ਤੇ ਭੈਣ ਇਹ ਵੀ ਕਹਿੰਦੇ ਹਨ ਕਿ ਅਸੀਂ ਤਾਂ ਜੀ ਸਿੱਖਾਂ ਦੇ ਘਰ ਜੰਮੇ ਆ, ਸਿੱਖਾਂ ਦੇ ਘਰ ਜਨਮ ਹੋਣ ਕਰਕੇ ਅਸੀਂ ਸਿੱਖ ਹੀ ਆ, ਸਾਨੂੰ ਅੰਮ੍ਰਿਤ ਛਕਣ ਦੀ ਲੋੜ ਨਹੀਂ। ਅਜਿਹੇ ਸਵਾਲ ਕਰਨ ਵਾਲਿਆਂ ਨੂੰ ਮੈਂ ਦੱਸ ਦੇਣਾ ਚਾਹੁੰਦੀ ਹਾਂ ਕਿ ਜਿਵੇਂ ਕਿਸੇ ਡਾਕਟਰ, ਵਕੀਲ ਜਾਂ ਜੱਜ ਦੇ ਘਰ ਜਨਮ ਲੈ ਕੇ ਜਦੋਂ ਤੱਕ ਪੜ੍ਹਾਈ ਜਾਂ ਕੋਰਸ ਨਾ ਕੀਤਾ ਜਾਵੇ ਉਦੋਂ ਤੱਕ ਜੱਜ, ਵਕੀਲ ਜਾਂ ਡਾਕਟਰ ਨਹੀਂ ਬਣ ਸਕਦੇ, ਉਸੇ ਤਰ੍ਹਾਂ ਜਦੋਂ ਤੱਕ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਿੱਖੀ ਸਕੂਲ ਵਿੱਚ ਦਾਖਲਾ ਨਹੀਂ ਲੈ ਲੈਂਦੇ ਉਦੋਂ ਤੱਕ ਅਸੀਂ ਸਿੱਖ ਨਹੀਂ ਹਾਂ। ਕਈ ਵੀਰ ਆਖਦੇ ਹਨ ਕਿ ਅੱਜ ਕੱਲ੍ਹ ਸਾਇੰਸ ਦਾ ਯੁੱਗ ਹੈ, ਸਾਇੰਸ ਦੇ ਯੁੱਗ ਵਿੱਚ ਟੈਂਕਾਂ, ਤੋਪਾਂ, ਪਰਮਾਣੂ ਬੰਬ, ਅਗਨੀ ਮਿਜ਼ਾਈਲਾਂ ਵਰਗੇ ਅਨੇਕਾਂ ਖਤਰਨਾਕ ਹਥਿਆਰ ਪੈਦਾ ਹੋ ਚੁੱਕੇ ਹਨ। ਅਜਿਹੇ ਸਮੇਂ ਵਿੱਚ ਕਿਰਪਾਨ ਪਾਉਣ ਦਾ ਕੀ ਫਾਇਦਾ? ਮੈਂ ਉਹਨਾਂ ਭੁੱਲੜ ਵੀਰਾਂ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਸਨ 1984 ਦੇ ਕਤਲੇਆਮ ਸਮੇਂ, ਸਿੱਖ ਨਸਲ ਕੁਸ਼ੀ ਸਮੇਂ ਕੀ ਸਾਰੇ ਗੁੰਡੇ ਬਦਮਾਸ਼ ਆਪਣੇ ਨਾਲ ਟੈਂਕਾਂ, ਤੋਪਾਂ ਤੇ ਮਿਜ਼ਾਈਲਾਂ ਲੈ ਕੇ ਆਏ ਸੀ? ਉਹਨਾਂ ਜ਼ਾਲਮਾਂ ਕੋਲ ਤਾਂ ਪੀਸੀਆਂ ਹੋਈਆਂ ਮਿਰਚਾਂ, ਪੈਟਰੋਲ ਦੀਆਂ ਕੈਨੀਆਂ, ਮਿੱਟੀ ਦੇ ਤੇਲ ਦੀਆਂ ਕੈਨੀਆਂ, ਲੱਕੜ ਅਤੇ ਲੋਹੇ ਦੀਆਂ ਡਾਂਗਾਂ ਹੀ ਸਨ। ਉਸ ਸਮੇਂ ਜਿਨ੍ਹਾਂ ਸਿੱਖਾਂ ਕੋਲ ਦਸ਼ਮੇਸ਼ ਪਿਤਾ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਕਿਰਪਾਨ ਅਤੇ ਸਿੱਖ ਰਵਾਇਤੀ ਸ਼ਸਤਰ ਸਨ, ਉਹਨਾਂ ਸਿੱਖ ਵੀਰਾਂ ਅਤੇ ਬੀਬੀਆਂ ਨੇ ਹਜ਼ਾਰਾਂ ਬੁਜ਼ਦਿਲਾਂ ਨੂੰ ਭਾਜੜਾਂ ਪਾ ਕੇ
ਆਪਣੀਆਂ ਤੇ ਆਪਣੀ ਧੀਆਂ ਭੈਣਾਂ ਦੀ ਇੱਜ਼ਤ ਵੀ ਬਚਾਈ ਅਤੇ ਆਪਣੇ ਦੁਕਾਨਾਂ ਮਾਲਾਂ ਦੀ ਰੱਖਿਆ ਵੀ ਕੀਤੀ। ਤਾਂ ਹੀ ਤਾਂ ਕਿਸੇ ਕਵੀ ਨੇ ਬਹੁਤ ਸੋਹਣਾ ਲਿਖਿਆ ਹੈ, ਜਿਸ ਦੇ ਗਲ ਕਿਰਪਾਨ ਹੈ ਹੁੰਦੀ, ਉਸ ਦੀ ਉੱਚੀ ਸ਼ਾਨ ਹੈ ਹੁੰਦੀ, ਮੁਰਦਾ ਦਿਲ ਹੈ ਜਿਉਂਦਾ ਮੁਰਦਾ, ਤਾਕਤ ਦੀ ਸਭ ਸ਼ਾਨ ਹੈ ਹੁੰਦੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਤ ਸ਼ਰਧਾਲੂ ਭਾਈ ਡੱਲਾ ਜੀ, ਜਿਨ੍ਹਾਂ ਨੇ ਅਤ ਔਖੇ ਸਮੇਂ ਗੁਰੂ ਪਾਤਸ਼ਾਹ ਜੀ ਦੀ ਹਰ ਕਿਸਮ ਦੀ ਸੇਵਾ ਨਿਭਾਈ, ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਸੂਬਿਆ ਸਰਹੰਦ ਵਜ਼ੀਰ ਖਾਨ ਨੂੰ ਮੂੰਹ ਤੋੜ ਜਵਾਬ ਦਿੱਤਾ। ਸ਼ਾਂਤੀ ਦੇ ਦਿਨਾਂ ਵਿੱਚ ਇੱਕ ਦਿਨ ਭਾਈ ਡੱਲਾ ਜੀ ਨੇ ਦਸ਼ਮੇਸ਼ ਪਿਤਾ ਜੀ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਆਪਣੇ ਚਰਨਾਂ ਵਿੱਚ ਇੱਕ ਪੀੜੀ ਜਿੰਨੀ ਥਾਂ ਦੇ ਦਿਓ। ਦਸ਼ਮੇਸ਼ ਪਿਤਾ ਜੀ ਨੇ ਫਰਮਾਇਆ, ਭਾਈ ਡੱਲਾ ਜੀ, ਤੁਸੀਂ ਦੁਨਿਆਵੀ ਪਦਾਰਥਾਂ ਨਾਲ ਗੁਰੂ ਪੰਥ ਦੀ ਸੇਵਾ ਕੀਤੀ ਹੈ। ਇਹਨਾਂ ਪਦਾਰਥਾਂ ਦੇ ਬਦਲੇ ਵੱਡੇ ਵੱਡੇ ਰੁਤਬੇ, ਅਹੁਦੇ, ਮਾਣ ਵਡਿਆਈਆਂ ਤਾਂ ਦਿੱਤੀਆਂ ਜਾ ਸਕਦੀਆਂ ਹਨ, ਪਰ ਜੇ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼ਾਂ ਦੇ ਪਾਤਰ ਬਣਨਾ ਚਾਹੁੰਦੇ ਹੋ ਤਾਂ ਉਸਦਾ ਇੱਕੋ ਇੱਕ ਸਾਧਨ ਹੈ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਪੰਥਕ ਪਰਿਵਾਰ ਦੇ ਵਿੱਚ ਸ਼ਾਮਿਲ ਹੋਣਾ। ਇਸ ਲਈ ਗੁਰੂ ਪਿਆਰਿਓ, ਜੇ ਭਾਈ ਡੱਲੇ ਜੀ ਵਰਗੇ ਇੱਕ ਸਿੱਖ ਸ਼ਰਧਾਲੂ ਲਈ ਅੰਮ੍ਰਿਤ ਛਕਣਾ ਜ਼ਰੂਰੀ ਹੈ ਤਾਂ ਸਾਨੂੰ ਅੰਮ੍ਰਿਤ ਛਕਣਾ ਕਿਉਂ ਜ਼ਰੂਰੀ ਨਹੀਂ? ਅੰਮ੍ਰਿਤਧਾਰੀ ਸਿੰਘ ਨੂੰ ਗੁਰੂ ਜੀ ਨੇ ਆਪਣਾ ਖਾਸ ਰੂਪ ਆਖਿਆ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇ ਹੋ ਕਰੋ ਨਿਵਾਸ। ਜਦੋਂ ਅਸੀਂ ਸੰਸਾਰ ਦੇ ਦੂਜੇ ਧਰਮਾਂ ਦੇ ਧਰਮਬਾਨੀਆਂ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਕਿਸੇ ਅਵਤਾਰ ਪੀਰ ਪੈਗੰਬਰ ਨੇ ਆਪਣੇ ਚੇਲਿਆਂ ਨੂੰ ਆਪਣੇ ਬਰਾਬਰ ਹੋਣ ਦਾ ਹੱਕ ਨਹੀਂ ਦਿੱਤਾ। ਅਵਤਾਰ ਅਵਤਾਰ ਹੀ ਰਹੇ ਤੇ ਚੇਲੇ ਚੇਲੇ ਹੀ ਰਹੇ, ਪੈਗੰਬਰ ਪੈਗੰਬਰ ਹੀ ਰਹੇ ਤੇ ਮੁਰੀਦ ਮੁਰੀਦ ਹੀ ਰਹੇ। ਬਲਕਿ ਇੱਥੋਂ ਤੱਕ ਕਿ ਜਦੋਂ ਇੱਕ ਸੇਵਕ ਨੇ ਆਪਣੇ ਪੈਗੰਬਰ ਸਾਹਿਬ ਤੋਂ ਪੁੱਛਿਆ ਕਿ ਜੇ ਅਸੀਂ ਤੁਹਾਡੇ ਚੇਲੇ ਬਣ ਜਾਂਦੇ ਹਾਂ ਤਾਂ ਇਸ ਦੇ ਬਦਲੇ ਤੁਸੀਂ ਸਾਨੂੰ ਕੀ ਦਿਓਗੇ, ਤਾਂ ਪੈਗੰਬਰ ਸਾਹਿਬ ਦਾ ਜਵਾਬ ਸੀ ਕਿ ਤੁਸੀਂ ਮੇਰੀਆਂ ਭੇਡਾਂ ਹੋ ਤੇ ਮੈਂ ਤੁਹਾਡਾ ਗਡਰੀਆ। ਜਦੋਂ ਤੱਕ ਭੇਡਾਂ ਆਪਣੇ ਮਾਲਕ ਦੇ ਹੁਕਮ ਵਿੱਚ ਚੱਲਦੀਆਂ ਹਨ, ਉਦੋਂ ਤੱਕ ਕੋਈ ਬਾਗ, ਬਘਿਆੜ, ਕੁੱਤਾ ਉਹਨਾਂ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ। ਤੇ ਜਦੋਂ ਦੂਜੇ ਪੈਗੰਬਰ ਸਾਹਿਬ ਨੂੰ ਪੁੱਛਿਆ ਗਿਆ ਕਿ ਅਗਰ ਜੇ ਤੁਹਾਡੇ ਚੇਲੇ ਬਣ ਜਾਈਏ ਤਾਂ ਸਾਨੂੰ ਕੀ ਫਾਇਦਾ ਹੋਵੇਗਾ, ਤਾਂ ਉਹਨਾਂ ਦਾ ਜਵਾਬ ਸੀਗਾ ਕਿ ਮੈਂ ਤੁਹਾਨੂੰ ਮਰਨ ਤੋਂ ਬਾਅਦ ਸਵਰਗਾਂ ਵਿੱਚ ਲੈ ਕੇ ਜਾਵਾਂਗਾ, ਤੇ ਜੇ ਮੇਰੇ ਚੇਲੇ ਨਾ ਬਣੇ ਤਾਂ ਤੁਹਾਨੂੰ ਨਰਕ ਨਸੀਬ ਹੋਣਗੇ। ਸਾਧ ਸੰਗਤ ਜੀ, ਅਸੀਂ ਕਿੰਨੇ ਖੁਸ਼ਕਿਸਮਤ ਹਾਂ ਕਿ ਦਸ਼ਮੇਸ਼ ਪਿਤਾ ਜੀ ਨੇ ਨਾ ਸਾਨੂੰ ਭੇਡਾਂ ਬੱਕਰੀਆਂ ਬਣਾਇਆ ਤੇ ਨਾ ਹੀ ਨਰਕਾਂ ਅਤੇ ਸਵਰਗਾਂ ਦੇ ਡਰਾਵੇ ਦਿੱਤੇ, ਸਗੋਂ ਮਾਣ ਦਿੰਦੇ ਹੋਏ ਫਰਮਾਇਆ ਸੀ, ਖਾਲਸਾ ਮੇਰੋ ਰੂਪ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਇੱਥੇ ਹੀ ਬਸ ਨਹੀਂ, ਬਲਕਿ ਲੰਬੀ ਲਿਸਟ ਖਾਲਸੇ ਦੀ ਮਹਿਮਾ ਵਿੱਚ ਬਣਾ ਕੇ ਅੰਤ ਵਿੱਚ ਇਹ ਸ਼ਬਦ ਲਿਖ ਦਿੱਤਾ, ਹੋ ਖਾਲਸੇ ਕਾ ਖਾਲਸਾ ਮੇਰੋ, ਓਤ ਪੋਤ ਸਵਾਮੀ ਬੰਦੇਰੋ। ਭਾਵ ਇਹ ਖਾਲਸਾ ਪੰਥ ਤੂੰ ਇੱਕ ਵਿਸ਼ਾਲ ਸਾਗਰ ਹੈ ਤੇ ਮੈਂ ਇਸ ਵਿਸ਼ਾਲ ਸਾਗਰ ਦੀ ਇੱਕ ਬੂੰਦ ਹਾਂ। ਗੁਰੂ ਪਾਤਸ਼ਾਹ ਨੇ ਸਾਨੂੰ ਸਿੱਖਾਂ ਨੂੰ ਜਿਤਨਾ ਮਾਣ ਬਖਸ਼ਿਆ, ਉਸ ਦੀ ਸੰਸਾਰ ਵਿੱਚ ਕਿਧਰੇ ਵੀ ਕੋਈ ਮਿਸਾਲ ਨਹੀਂ ਮਿਲਦੀ। ਇਹ ਮਾਣ ਵਾਲੀ ਗੱਲ ਕੇਵਲ ਗੱਲਾਂ ਬਾਤਾਂ ਵਿੱਚ ਹੀ ਨਹੀਂ ਦਿੱਤੀ, ਸਗੋਂ ਦਸ਼ਮੇਸ਼ ਪਿਤਾ ਜੀ ਫਰਮਾਨ ਕਰਦੇ ਹਨ, ਜਾਂ ਮੈਂ ਰੰਚ ਨਾ ਮਿਥਿਆ ਭਾਖੀ, ਪਾਰ ਬ੍ਰਹਮ ਗੁਰੂ ਨਾਨਕ ਸਾਖੀ। ਆਪਣਾ ਸਰਬੰਸ ਲੁਟਾ ਕੇ ਵੀ ਕਸਮ ਖਾ ਕੇ ਇਹ ਗੱਲ ਕਹਿੰਦੇ ਹਨ, ਖਾਲਸਾ ਜੀ, ਮੈਂ ਅਕਾਲ ਪੁਰਖ ਵਾਹਿਗੁਰੂ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕਸਮ ਖਾ ਕੇ ਕਹਿੰਦਾ ਹਾਂ ਕਿ ਜੋ ਮੈਂ ਆਖਿਆ ਹੈ ਸੱਚ ਆਖਿਆ ਹੈ, ਇਸ ਵਿੱਚ ਰਾਈ ਮਾਤਰ ਵੀ ਝੂਠ ਨਹੀਂ। ਸਮੇਂ ਦੀ ਬੰਦਿਸ਼ ਨੂੰ ਦੇਖਦਿਆਂ ਹੋਇਆਂ ਮੈਂ ਆਪਣੇ ਵਿਚਾਰ ਇੱਥੇ ਹੀ ਸੰਪੂਰਨ ਕਰਦੀ ਹੋਈ ਸਮੁੱਚੇ ਸਿੱਖ ਭਾਈਚਾਰੇ ਨੂੰ ਅਪੀਲ ਕਰਦੀ ਹਾਂ ਕਿ ਆਓ ਖੰਡੇ ਬਾਟੇ ਦੀ ਮਹੱਤਤਾ ਨੂੰ ਸਮਝਦੇ ਹੋਏ ਖੰਡੇ ਬਾਟੇ ਦੀ ਪਾਹੁਲ ਲੈ ਕੇ ਸਰਬੰਸ ਦਾਨੀ ਦਸ਼ਮੇਸ਼ ਪਿਤਾ ਜੀ ਵੱਲੋਂ ਦਿੱਤੀ ਹੋਈ ਇਸ ਮਹਾਨ ਦਾਤ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਆਪਣਾ ਮਨੁੱਖਾ ਜਨਮ ਹੀ ਸਫਲਾ ਨਾ ਕਰੀਏ, ਬਲਕਿ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਦੇ ਮਹਾਵਾਕ ਅਨੁਸਾਰ ਸਿੱਖ ਨਾ ਰਹੀਏ, ਬਲਕਿ ਗੁਰੂ ਦਾ ਸਰੂਪ ਬਣ ਜਾਈਏ। ਭਾਈ ਸਾਹਿਬ ਭਾਈ ਗੁਰਦਾਸ ਸਿੰਘ ਜੀ ਨੇ ਦਸ਼ਮੇਸ਼ ਪਿਤਾ ਜੀ ਵੱਲੋਂ ਆਪਣੇ ਸਿੱਖਾਂ ਨੂੰ ਦਿੱਤੇ ਹੋਏ ਮਾਣ ਦਾ ਜ਼ਿਕਰ ਕਰਦੇ ਹੋਏ ਲਿਖਿਆ ਹੈ, ਵੈ ਪ੍ਰਗਟਿਓ ਮਰਦ ਗਮੜਾ, ਬਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਇਸ ਲਈ ਆਓ ਅਕਿਰਤ ਕਣਾ ਦੇ ਕਲੰਕ ਤੋਂ ਬਚਣ ਦੇ ਲਈ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਕੇ ਦਸ਼ਮੇਸ਼ ਪਿਤਾ ਜੀ ਦੀ ਬਖਸ਼ਿਸ਼ਾਂ ਦੇ ਪਾਤਰ ਬਣੀਏ। ਭੁੱਲ ਗਲਤੀ ਲਈ ਖਿਮਾ, ਪਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਬੱਚੇ ਇੰਦਰਪ੍ਰੀਤ ਕੌਰ ਜੀ, ਬਹੁਤ ਹੀ ਵਧੀਆ ਢੰਗ ਦੇ ਨਾਲ ਸਤਿਗੁਰੂ ਜੀ ਦੀ ਦੱਸੀ ਹੋਈ ਪਰੰਪਰਾ ਤੇ ਮਰਿਆਦਾ ਦਾ ਜ਼ਿਕਰ ਆਪ ਜੀ ਨੇ ਕੀਤਾ ਹੈ। ਆਸ ਕਰਦੇ ਹਾਂ ਕਿ ਸਾਡੇ ਕਲਾਸ ਵਿੱਚ ਸ਼ਾਮਲ ਹੋਣ ਵਾਲੇ ਵੀਰਾਂ ਭੈਣਾਂ ਨੂੰ ਵੀ ਕਾਫੀ ਕੁਝ ਤੋਂ ਜਾਣਕਾਰੀ ਮਿਲੀ ਹੋਏਗੀ। ਇਹ ਸਵਾਲ ਕੁਛ ਲਿਖ ਕੇ ਵੀ ਆਏ ਹੋਏ ਹਨ, ਨਾਲ ਉਹਨਾਂ ਨੂੰ ਪੈਨਲ ਦੇ ਅੱਗੇ ਰੱਖ ਦਿੱਤਾ ਜਾਏਗਾ। ਬਹੁਤ ਸਾਰੇ ਕਮੈਂਟ ਵੀ ਆਏ ਹਨ ਜਿਨ੍ਹਾਂ ਦੇ ਉੱਤੇ ਇਹੋ ਜਿਹੇ ਵਿਚਾਰ ਆਏ। ਬਹੁਤ ਵਧੀਆ, ਬਹੁਤ ਢੰਗ ਨਾਲ ਆਪ ਜੀ ਨੇ ਸਾਰਾ ਵਿਸ਼ਾ ਨਿਭਾਇਆ ਹੈ। ਅੰਮ੍ਰਿਤ ਦੀ ਗੱਲ ਜੇ ਅਸੀਂ ਕਰਦੇ ਹਾਂ, ਇਹ ਵਿਸ਼ਾ ਬਹੁਤ ਲੰਮੇਰਾ ਹੈ। ਇਹਨੂੰ ਛੋਟੇ ਜਿਹੇ ਇਹਨਾਂ ਅੱਖਰਾਂ ਦੇ ਵਿੱਚ ਅਸੀਂ ਬੰਨ੍ਹ ਕੇ ਅੱਗੇ ਤੁਰ ਨਹੀਂ ਸਕਦੇ। ਜਿੰਨੇ ਵੀ ਵਿਚਾਰ ਇਹਦੇ ਤੇ ਦੇਈ ਜਾਓ, ਉਹ ਵਿਚਾਰ ਥੋੜ੍ਹੇ ਹਨ। ਗੁਰਬਾਣੀ ਨੇ ਸਾਨੂੰ ਗੁਰਮੰਤਰਹੀਨਸ ਦੀ ਗੱਲ ਕੀਤੀ ਹੈ। ਅੰਮ੍ਰਿਤ ਗੁਰੂ ਵਾਲੇ ਬਣਨ ਦੀ ਇੱਕ ਪਰੰਪਰਾ, ਇੱਕ ਮਰਿਆਦਾ ਹੈ ਜਿਹੜੀ ਸਾਨੂੰ ਗੁਰੂ ਨੇ ਝੋਲੀ 'ਚ ਪਾਈ ਹੈ। ਕਿਸ ਢੰਗ ਨਾਲ ਪਹਿਲਾਂ ਸਿੱਖਿਆ ਨੂੰ ਸਿੱਖੀ ਵਿੱਚ ਸ਼ਾਮਲ ਕੀਤਾ ਜਾ ਸਕਦਾ ਸੀ, ਇਹ ਅਲੱਗ-ਅਲੱਗ ਵਿਚਾਰਧਾਰਾ ਹਨ। ਕੋਈ ਚਰਨ ਅੰਮ੍ਰਿਤ ਦੀ ਗੱਲ ਹੁੰਦੀ ਹੈ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਗੱਲ ਹੁੰਦੀ ਹੈ, ਫਿਰ ਉਸ ਤੋਂ ਬਾਅਦ ਬਾਣੀਆਂ ਪੜ੍ਹਨ ਦੀ ਗੱਲ ਹੁੰਦੀ ਹੈ। ਇਹ ਅਲੱਗ-ਅਲੱਗ ਵਿਚਾਰਧਾਰਾ ਹਿਸਟੋਰੀਅਨ ਜਿਹੜੇ ਹਨ ਦਿੰਦੇ ਹਨ। ਇਹ ਖੋਜ ਦਾ ਵਿਸ਼ਾ ਹੈ, ਉਹਦੇ ਵਿਚਾਰ ਜਿਹੜੇ ਹੈ ਇਹ ਅਲੱਗ ਹਨ। ਪਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਇਹ ਗੱਲ ਸਮਝਾ ਦਿੱਤੀ ਸੀ ਕਿ ਬਿਨਾਂ ਗੁਰੂ ਤੋਂ, ਗੁਰੂ ਦੀ ਸ਼ਰਨ ਪੈਣ ਤੋਂ ਸਾਨੂੰ ਜੀਵਨ ਦਾ ਮਾਰਗ ਨਹੀਂ ਆ ਸਕਦਾ। ਸਤਿਗੁਰੂ ਜੀ ਨੇ ਆਸਾ ਕੀ ਵਾਰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਪਹਿਲੇ ਹੀ ਆਰੰਭ ਦੇ ਵਿੱਚ ਹੀ ਗੱਲ ਸਾਨੂੰ ਸਮਝਾਤੀ, ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। 100 ਚੰਦਰਮਾ, 1000 ਸੂਰਜ। ਜਰਾ ਖਿਆਲ ਕਰਕੇ ਦੇਖੋ, ਇੱਕ ਸੂਰਜ ਦੀ ਰੋਸ਼ਨੀ ਨੂੰ ਅੱਖ ਉੱਚੀ ਕਰਕੇ ਨਹੀਂ ਇਨਸਾਨ ਦੇਖ ਸਕਦਾ, ਔਰ ਅੱਖਾਂ ਅੰਨੀਆਂ ਹੋਣ ਦਾ, ਰੋਸ਼ਨੀ ਜਾਣ ਦਾ ਡਰ ਬਣ ਜਾਂਦਾ ਹੈ ਜਦੋਂ ਇੱਕ ਸੂਰਜ ਨੂੰ ਦੇਖਦਾ। ਤੇ ਜੇ 1000 ਸੂਰਜਾਂ ਦੀ ਰੋਸ਼ਨੀ ਹੋਵੇ, 100 ਚੰਦਰਮਾ ਦੀ ਰੋਸ਼ਨੀ ਉਹਦੇ 'ਚ ਮਿਲਾ ਦਿੱਤੀ ਜਾਵੇ, ਇੰਨੀ ਜ਼ਿਆਦਾ ਰੋਸ਼ਨੀ ਬਾਹਰ ਦੀ ਹੋਵੇ ਤਾਂ ਇਹ ਬਾਹਰ ਦੀ ਰੋਸ਼ਨੀ ਜਗਿਆਸੂ ਦੇ, ਇਨਸਾਨ ਦੇ ਅੰਦਰ ਦੇ ਵਿੱਚ ਰੋਸ਼ਨ ਨਹੀਂ ਕਰ ਸਕਦੀ। ਇਹ ਤਾਂ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਨਾ, ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਇਹੀ ਅੰਧਾਰੇ ਦੀ ਗੱਲ ਹੈ, ਉਸੇ ਹਨੇਰੇ ਦੀ ਗੱਲ ਹੈ ਜਿਹੜੀ ਹਨੇਰੇ ਦੀ ਗੱਲ, ਜਿਹੜੀ ਗੱਲ ਗੁਰੂ ਪਾਤਸ਼ਾਹ ਜੀ ਦੇ ਸੰਬੰਧ ਵਿੱਚ ਭਾਈ ਗੁਰਦਾਸ ਜੀ ਨੇ ਲਿਖੀ ਹੈ। ਭਾਈ ਗੁਰਦਾਸ ਜੀ ਇੱਥੇ ਹਨੇਰੇ ਦੀ ਵਰਤੋਂ ਨਹੀਂ ਕਰਦੇ। ਭਾਈ ਗੁਰਦਾਸ ਜੀ ਇੱਥੇ ਧੁੰਦ ਦੀ ਲਫ਼ਜ਼ ਦੀ ਵਰਤੋਂ ਕਰਦੇ ਹਨ, ਹਨੇਰੇ ਦੀ ਵਰਤੋਂ ਨਹੀਂ ਕਰ ਰਹੇ, ਧੁੰਦ ਲਫ਼ਜ਼ ਦੀ ਵਰਤੋਂ ਕਰਦੇ ਹਨ। ਕਿਉਂ? ਥੋੜੀ ਜਿਹੀ ਗੱਲ ਨੂੰ ਜ਼ਰਾ ਸਮਝ ਕੇ ਦੇਖੀਏ। ਹਨੇਰਾ ਹੁੰਦਾ, ਅਸੀਂ ਘਰ ਰਾਤ ਦਾ ਹਨੇਰਾ ਹੋ ਜਾਏ ਲਾਈਟ ਜਗਾਉਂਦੇ ਹਾਂ, ਸਵਿਚ ਆਨ ਕਰਦੇ ਹਾਂ, ਦੀਵੇ ਜਗਦੇ ਸਨ, ਬੱਤੀਆਂ ਜਗਦੀਆਂ ਸਨ, ਮੋਮਬੱਤੀਆਂ ਚੱਲਦੀਆਂ ਸਨ, ਲੈਂਪ ਚੱਲਦੇ ਸਨ, ਲਾਈਟ ਆ ਗਈ, ਬਿਜਲੀ ਆ ਗਈ, ਹੁਣ LED ਆ ਗਈਆਂ, ਇਸ ਤੋਂ ਅੱਗੇ ਵੀ ਹੋਰ ਰੋਸ਼ਨੀ ਵਧਾਉਣ ਦੇ ਢੰਗ ਆ ਗਏ। ਪਰ ਇੱਕੋ ਢੰਗ ਸੀ ਵੀ ਰੋਸ਼ਨੀ ਕਰਨ ਲਈ ਕੁਝ ਨਾ ਕੁਝ ਤੁਹਾਨੂੰ ਜਗਾਉਣਾ ਪੈਂਦਾ ਸੀ, ਔਰ ਜੋ ਵੀ ਜਗਾਉਂਦੇ ਸਾਂ ਉਹਦੇ ਨਾਲ ਰੋਸ਼ਨੀ ਹੋ ਜਾਂਦੀ ਸੀ। ਪਰ ਧੁੰਦ ਇੱਕ ਐਸੀ ਚੀਜ਼ ਹੈ ਕਿ ਸੂਰਜ ਦੀ ਤੇ ਰੋਸ਼ਨੀ ਵੀ ਧੁੰਦ ਦੇ ਵਿੱਚ ਚਾਨਣ ਨਹੀਂ ਕਰਦੀ। ਕਈ ਵਾਰੀ ਸਾਰਾ ਸਾਰਾ ਦਿਨ ਧੁੰਦ ਪੈ ਜਾਏ ਤਾਂ ਤੁਹਾਨੂੰ ਸੂਰਜ ਦੇ ਨਜ਼ਰ ਵੀ ਨਹੀਂ ਆਉਂਦਾ, ਪਰ ਕਈ ਕਈ ਦਿਨ ਸੂਰਜ ਨਜ਼ਰ ਨਹੀਂ ਆਉਂਦਾ। ਇੱਕ ਨਹੀਂ, 2 ਦਿਨ ਨਹੀਂ, 4 ਦਿਨ ਦੀ ਗੱਲ ਨਹੀਂ ਹੈ, ਵੀ ਕਈ ਕਈ ਦਿਨ, 15-15 ਦਿਨ, 20-25 ਦਿਨ ਵੀ ਅਸੀਂ ਕਈ ਵਾਰੀ ਸਰਦੀਆਂ 'ਚ ਸੂਰਜ ਨਹੀਂ ਦੇਖਦੇ। ਧੁੰਦ ਪੈ ਜਾਏਗੀ ਜੀ, ਧੁੰਦ ਪੈ ਗਈ ਹੈ, ਸੂਰਜ ਨਹੀਂ ਚੜਿਆ। ਸੂਰਜ ਤਾਂ ਚੜਿਆ, ਇਹ ਨਾ ਸੋਚੀਏ ਸੂਰਜ ਨਹੀਂ ਚੜਿਆ, ਸੂਰਜ ਚੜਿਆ ਸੀ, ਲੇਕਿਨ ਉਹ ਧੁੰਦ ਦਾ ਹਨੇਰਾ ਇੰਨਾ ਸੀ, ਧੁੰਦ ਦੀ ਮਟਾਈ ਇੰਨੀ ਸੀ ਕਿ ਉਹ ਸੂਰਜ ਦੀਆਂ ਕਿਰਨਾਂ ਨੂੰ ਧਰਤੀ ਤੇ ਪਹੁੰਚਣ ਨਹੀਂ ਦਿੱਤਾ।
ਭਾਈ ਗੁਰਦਾਸ ਜੀ ਨੇ ਲਫ਼ਜ਼ ਉੱਥੇ ਧੁੰਦ ਵਰਤਿਆ ਵੀ ਇੰਨਾ ਕੁ ਹਨੇਰਾ ਉਸ ਵੇਲੇ ਸੰਸਾਰ ਦੇ ਵਿੱਚ ਸੀ, ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਅਗਿਆਨਤਾ ਵਿੱਚ ਦੁਨੀਆ ਫਸੀ ਹੋਈ ਸੀ। ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ, ਜਗ ਚਾਨਣ ਹੋਆ ਦੀ ਗੱਲ ਕੀਤੀ ਭਾਈ ਗੁਰਦਾਸ ਜੀ ਨੇ, ਧੁੰਦ ਲਫ਼ਜ਼ ਲਿਖਿਆ। ਤੇ ਗੁਰੂ ਸਾਹਿਬ ਜੀ ਨੇ ਉਹੀ ਗੱਲ ਇੱਥੇ ਕੀਤੀ ਹੈ ਵੀ ਹਜ਼ਾਰਾਂ ਸੂਰਜਾਂ ਦੀ ਰੋਸ਼ਨੀ ਤੇ ਚੰਦਰਮਾ ਦੀਆਂ ਰੋਸ਼ਨੀਆਂ ਨੂੰ ਇਕੱਠਾ ਕਰ ਦਈਏ, ਪਰ ਜੇ ਗੁਰੂ ਵਾਲੇ ਨਹੀਂ ਬਣੇ ਤਾਂ ਫਿਰ ਆਤਮਿਕ ਜੀਵਨ ਵਿੱਚ ਉਹਦੀ ਲੋੜ ਨਹੀਂ ਹੋ ਸਕਦੀ, ਕਿਉਂਕਿ ਗੁਰੂ ਨੇ ਗਿਆਨ ਦੇਣਾ ਹੈ। ਬਾਹਰ ਦੀ ਰੋਸ਼ਨੀ ਦੀਵੇ ਬਾਲ ਕੇ ਕੀਤੀ ਜਾਂਦੀ ਹੈ, ਲੇਕਿਨ ਅੰਦਰ ਦੀ ਰੋਸ਼ਨੀ ਗੁਰੂ ਦੀ ਸ਼ਰਨ ਪੈ ਕੇ ਮਿਲਦੀ ਹੈ। ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਗੱਲ ਬਣਦੀ ਵੀ ਨਹੀਂ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਘੋਰ ਅੰਧਾਰ ਲਫ਼ਜ਼ ਵਰਤਿਆ ਭੱਟਾਂ ਨੇ, ਕਹਿੰਦੇ ਨੇ ਘੋਰ ਹਨੇਰਾ ਹੈ ਉਹ ਹਨੇਰਾ ਜਿਹਦੇ 'ਚ ਤੁਹਾਨੂੰ ਹੱਥ ਨੂੰ ਹੱਥ ਦਿਖਾਈ ਨਹੀਂ ਦਿੰਦਾ। ਕਹਿੰਦੇ ਨੇ ਘੁੱਪ ਹਨੇਰਾ, ਘੁੱਪ ਹਨੇਰੇ 'ਚ ਕੀ ਹੈ, ਤੁਹਾਡੀਆਂ ਅੱਖਾਂ ਸਾਹਮਣੇ ਪਈ ਹੋਈ ਚੀਜ਼ ਨੂੰ ਤਾਂ ਕੀ ਦੇਖਣਾ, ਆਪਣੇ ਹੱਥ ਨੂੰ ਵੀ ਨਹੀਂ ਦੇਖ ਸਕਦੀਆਂ, ਆਪਣੀ ਬੋਡੀ ਨੂੰ ਵੀ ਨਹੀਂ ਦੇਖ ਸਕਦੀਆਂ। ਘੁੱਪ ਹਨੇਰਾ ਕੀ ਚੀਜ਼ ਹੁੰਦੀ ਹੈ? ਘੁੱਪ ਹਨੇਰਾ ਇਹੋ ਚੀਜ਼ ਹੈ। ਘੋਰ ਅੰਧਾਰ ਲਫ਼ਜ਼ ਦੀ ਗੱਲ ਕੀਤੀ, ਘੋਰ ਅੰਧਾਰ, ਕਹਿੰਦੇ ਚੰਨ ਨਹੀਂ ਹੋ ਸਕਦਾ। ਔਰ ਨਾ ਹੀ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਜੀਵਨ ਦੇ ਮਨੋਰਥ ਦੀ ਸਮਝ ਆਉਂਦੀ। ਅਸੀਂ ਸੰਸਾਰ 'ਚ ਕਰਨ ਕੀ ਆਏ ਹਾਂ, ਵਿੱਚ ਦੁਨੀਆ ਕਾਹੇ ਆਇਆ, ਇਹ ਗੱਲ ਦੀ ਸਮਝ ਨਹੀਂ ਆਉਂਦੀ, ਵਿੱਚ ਦੁਨੀਆ ਕਾਹੇ ਆਇਆ। ਇਹ ਜੀਵਨ ਦੀ ਫਿਲਾਸਫੀ ਗੁਰੂ ਸਮਝਾਉਂਦਾ, ਤੂੰ ਦੁਨੀਆ 'ਚ ਕਰਨ ਕੀ ਆਇਆ। ਜਿੱਥੋਂ ਅਸੀਂ ਅੰਮ੍ਰਿਤ ਪਾਨ ਕਰਦੇ ਹਾਂ, ਖੰਡੇ ਬਾਟੇ ਦੀ ਪਹੁਲ ਲੈਂਦੇ ਹਾਂ, ਉੱਥੋਂ ਸਾਡੀ ਸ਼ੁਰੂਆਤ ਹੁੰਦੀ ਹੈ ਵੀ ਤੂੰ ਦੁਨੀਆ 'ਚ ਕਰਨ ਕੀ ਆਇਆ। ਪਿਛਲੇ ਕਰਮ ਨਾਸ, ਧਰਮ ਨਾਸ, ਕੁਲ ਨਾਸ, ਪਾਪ ਨਾਸ, ਸੰਸਕਾਰ ਨਾਸ। ਗੁਰੂ ਸਾਹਿਬ ਜੀ ਜਿਹੜੇ ਜਦੋਂ ਅਸੀਂ ਅੰਮ੍ਰਿਤ ਪਾਨ ਕਰਦੇ ਹਾਂ, ਕਿੰਨੀ ਕਮਾਲ ਦੀ ਕਿਰਪਾ ਸੀ ਗੁਰੂ ਸਾਹਿਬ ਜੀ ਦੇ। ਕਹਿੰਦੇ ਸਤਿਗੁਰੂ ਕਿਆ ਜਨਮ ਹੈ ਗਵਨ ਮਟਾਇਆ। ਹੁਣ ਤਾਂ ਤੇਰਾ ਜਨਮ ਦੇ ਹੋ ਗਿਆ ਗੁਰੂ ਦੇ ਘਰ ਦੇ ਵਿੱਚ, ਹੁਣ ਤੇਰਾ ਲੇਖਾ ਜੋਖਾ ਗੁਰੂ ਨੇ ਕਰਨਾ ਹੈ, ਹੁਣ ਤੇਰਾ ਹਿਸਾਬ ਗੁਰੂ ਕੋਲ ਹੈ। ਜਦ ਤੱਕ ਤੂੰ ਨਹੀਂ ਸੀ ਅਗਾਇਆ, ਉਦੋਂ ਤੱਕ ਤਾਂ ਹੋਰ ਸੀ, ਪਰ ਹੁਣ ਤੂੰ ਗੁਰੂ ਦੇ ਕੋਲ ਆ ਗਿਆ, ਹੁਣ ਤੇਰਾ ਲੇਖਾ ਗੁਰੂ ਕੋਲ ਹੈ। ਤੇਰੇ ਮਾਤਾ ਤੇਰੇ ਪਿਤਾ ਗੁਰੂ ਹੈ, ਧਾਰਮਿਕ ਪਿਤਾ ਗੁਰੂ ਗੋਬਿੰਦ ਸਿੰਘ ਜੀ ਹੈ, ਮਾਤਾ ਸਾਹਿਬ ਕੌਰ ਜੀ ਹੈ। ਹੁਣ ਤੇਰੀ ਮਾਂ ਇੱਕੋ ਹੋ ਗਈ ਹੈ, ਸਾਰੇ ਅੰਮ੍ਰਿਤਧਾਰੀ ਜਿਹੜੇ ਉਹਦੇ ਬਾਪ ਇੱਕੋ ਹੈ। ਕਿਆ ਕਮਾਲ ਦੀ ਫਿਲਾਸਫੀ ਸੀ ਇਸ ਅੰਮ੍ਰਿਤ ਪਾਨ ਕਰਾਉਣ ਦੇ ਵਿੱਚ। ਫਿਰ ਦੇਖੋ ਅੰਮ੍ਰਿਤ ਪਾਨ ਕਰਨ ਦੇ ਵਿੱਚ ਚਾਰ ਚੀਜ਼ਾਂ ਗੁਰੂ ਸਾਹਿਬ ਜੀ ਨੇ ਸਾਡੇ ਸਾਹਮਣੇ ਰੱਖੀਆਂ। ਦੁਨੀਆ ਅੱਜ ਮਜ਼ਾਕ ਉਡਾਉਂਦੀ ਹੈ। ਸਭ ਤੋਂ ਪਹਿਲੀ ਸੀ ਕੇਸਾਂ ਦੀ ਬੇਅਦਬੀ ਨਹੀਂ ਕਰਨੀ। ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਰੀਰ ਦੇ ਕਿਸੇ ਵੀ ਹਿੱਸੇ ਤੋਂ ਕਿਸੇ ਵੀ ਢੰਗ ਨਾਲ, ਦੇਖੋ ਇਹ ਵੀ ਗੱਲ ਬੜੀ ਸਮਝਣ ਵਾਲੀ ਹੈ। ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਰੀਰ ਦੇ ਕਿਸੇ ਵੀ ਹਿੱਸੇ ਤੋਂ ਕਿਸੇ ਵੀ ਢੰਗ ਨਾਲ ਰੋਮਾਂ ਦੀ ਬੇਅਦਬੀ ਨਹੀਂ ਕਰਨੀ। ਇਹ ਗੁਰੂ ਦੀ ਮੋਹਰ ਹੈ, ਪਰਮੇਸ਼ਰ ਦੀ ਦਿੱਤੀ ਹੋਈ ਦਾਤ ਹੈ, ਜਿਹੜੀ ਸਾਨੂੰ ਉਹਨੇ ਨਾਲ ਦਿੱਤੀ ਹੈ, ਜਨਮ ਦੇ ਨਾਲ ਦਿੱਤੀ ਹੈ। ਜਿਨ੍ਹਾਂ ਨੂੰ ਕਿਤੇ ਆਉਂਦੇ ਨਹੀਂ ਨਾ ਕੇਸ, ਉਹਨਾਂ ਦੇ ਦੇਖੋ ਜਰਾ ਹਾਲਤ ਕਈ, ਦਵਾਈਆਂ ਤੇ ਕਰੋੜਾਂ ਰੁਪਏ, ਲੱਖਾਂ ਰੁਪਏ ਖਰਚ ਕੇ ਉੱਤੇ ਉਹ ਟੀਕੇ ਲਵਾ ਕੇ ਸਿਰ ਦੇ ਵਿੱਚ ਕੇਸ ਪੈਦਾ ਕਰਦੇ ਆ। ਕਿਉਂ? ਤੇ ਟਿੰਡ ਜੀ ਚੰਗੀ ਨਹੀਂ ਲੱਗਦੀ, ਲਿਸ਼ਕਦੀ ਜਿਹੀ। ਤੇ ਜੇ ਦਾਤ ਗੁਰੂ ਨੇ ਦਿੱਤੀ ਹੈ, ਅਸੀਂ ਸੰਭਾਲਣ ਦਾ ਹੀ ਯਤਨ ਨਹੀਂ ਕਰਦੇ। ਸਾਨੂੰ ਇਹ ਵੀ ਬੜਾ ਭਾਰ ਨਜ਼ਰ ਆਉਂਦਾ ਹੈ, ਸਾਨੂੰ ਇਹ ਵੀ ਬੜਾ ਔਖਾ ਜਿਹਾ ਕੰਮ ਲੱਗਦਾ ਹੈ। ਗੁਰੂ ਪਾਤਸ਼ਾਹ ਜੀ ਨੇ ਤਾਂ ਸਾਨੂੰ ਇਸ ਖਾਲਸੇ ਨੂੰ ਇੱਕ ਗੁਰੂ ਕੇ ਬਖਸ਼ਿਸ਼ ਕਰਕੇ ਪਹਿਲਾਂ ਹੀ ਇਸ ਗੱਲ ਦੇ ਦਿੱਤੀ ਵੀ ਇਹ ਗੱਲ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਹੀਂ ਕਹੀ। ਭਾਈ ਮਰਦਾਨਾ ਜੀ ਜਦੋਂ ਗੁਰੂ ਸਾਹਿਬ ਜੀ ਦੇ ਸਾਥੀ ਬਣਾਉਣ ਲੱਗੇ ਨਾ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, 3 ਸ਼ਰਤਾਂ ਰੱਖੀਆਂ ਸੀ ਭਾਈ ਮਰਦਾਨਾ ਜੀ ਦੇ ਅੱਗੇ। ਪਹਿਲਾ ਗੱਲ ਦੇਖੋ, ਰਵਾਬ ਵਜਾ ਰਿਹਾ ਸੀ ਭਾਈ ਮਰਦਾਨਾ, ਤੇ ਗੁਰੂ ਨਾਨਕ ਕੋਲ ਬੈਠੇ ਉਹ ਰਵਾਬ ਦੀ ਆਵਾਜ਼ ਸੁਣਦੇ ਸਨ। ਜਦੋਂ ਉਹਨੇ ਰਵਾਬ ਦੀ ਸਮਾਪਤੀ ਕੀਤੀ ਤੇ ਸਤਿਗੁਰੂ ਨੇ ਕਿਹਾ, ਭਾਈ ਤੇਰਾ ਨਾਮ ਕੀ ਹੈ? ਆਖੇ ਜੀ ਮੇਰਾ ਨਾਮ ਘਰਦਿਆਂ ਨੇ ਦਾਨਾ ਰੱਖਿਆ। ਗੁਰੂ ਪਾਤਸ਼ਾਹ ਕਹਿਣ ਲੱਗੇ, ਦਾਨਿਆ ਰਵਾਬ ਤਾਂ ਬੜੀ ਖੂਬਸੂਰਤ ਵਜਾਉਣਾ ਹੈ, ਪਰ ਇਸ ਰਵਾਬ ਦੀਆਂ ਤੰਦਾਂ ਵਿੱਚ ਕਿਤੇ ਸ਼ਬਦ ਪਾ ਕੇ ਗਾਵੇਂ ਤੇ ਤੇਰਾ ਵੀ ਉਧਾਰ ਹੋ ਜਾਏ ਤੇ ਸ਼ਬਦ ਸੁਣਨ ਵਾਲੇ ਦਾ ਉਧਾਰ ਵੀ ਹੋ ਜਾਏ। ਦੇਖੋ ਕਿਆ ਬੋਲ ਗੁਰੂ ਨਾਨਕ ਪਾਤਸ਼ਾਹ ਭਾਈ ਦਾਨੇ ਨੂੰ ਕਹਿੰਦੇ ਨੇ, ਦਾਨਿਆ ਰਵਾਬ ਬੜੀ ਖੂਬਸੂਰਤ ਵਜਾਉਣਾ ਹੈ,
ਪਰ ਕਿਤੇ ਇਸ ਰਵਾਬ ਦੀਆਂ ਤੰਦਾਂ ਵਿੱਚ ਸ਼ਬਦ ਪਾ ਕੇ ਗਾਵੇਂ ਤਾਂ ਤੇਰਾ ਵੀ ਉਧਾਰ ਹੋ ਜਾਏ ਤੇ ਸ਼ਬਦ ਸੁਣਨ ਵਾਲੇ ਦਾ ਉਧਾਰ ਵੀ ਹੋ ਜਾਏ। ਅੱਗੋਂ ਬਹਿਣ ਲੱਗਾ, ਬਾਬਾ ਰਾਗ ਗਾਇ ਕੇ ਪੈਸਾ ਮਿਲਦਾ ਹੈ, ਰਾਗ ਗਾਇ ਕੇ ਜੀਵਨ ਦਾ ਨਿਰਵਾਹ ਕਰਦਾ ਹਾਂ, ਬਾਬਾ ਇਹ ਸ਼ਬਦ ਗਾ ਕੇ ਕੀ ਮਿਲੇਗਾ? ਤੇ ਅੱਗੋਂ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਉਹ ਦਾਨਿਆ ਰਵਾਬ ਗਾਇ ਕੇ ਤਾਂ ਸਿਰਫ ਪੈਸਾ ਮਿਲਦਾ ਹੈ, ਸ਼ਬਦ ਗਾ ਕੇ ਤੈਨੂੰ ਉਹ ਕੁਝ ਮਿਲੇਗਾ ਦੁਨੀਆ ਵਿੱਚ ਅਜੇ ਤੱਕ ਕਿਸੇ ਹੋਰ ਮਨੁੱਖ ਨੂੰ ਨਹੀਂ ਮਿਲਿਆ। ਤੇ ਇਹ ਗੱਲ ਬਿਲਕੁਲ ਸਾਬਤ ਵੀ ਹੋਈ। ਭਾਈ ਮਰਦਾਨੇ ਨੇ ਉਸੇ ਵੇਲੇ ਗੁਰੂ ਨਾਨਕ ਨੂੰ ਕਿਹਾ, ਮੈਂ ਤਿਆਰ ਹਾਂ। ਹੁਣ 3 ਸ਼ਰਤਾਂ ਰੱਖੀਆਂ ਭਾਈ ਮਰਦਾਨਾ ਜੀ ਦੇ ਅੱਗੇ। ਸਭ ਤੋਂ ਪਹਿਲੀ ਸ਼ਰਤ ਸੀ, ਦਾਨਿਆ ਕੇਸ ਨਹੀਂ ਕਟਾਉਣੇ, ਇਹ ਕਰਤਾਰ ਦੀ ਦਾਤ ਬਿਲਕੁਲ ਜਿਵੇਂ ਇਵੇਂ ਰੱਖਣਾ, ਪਹਿਲੀ ਸ਼ਰਤ। ਦੂਜੀ ਸੀ ਸਵੇਰੇ ਉੱਠ ਕੇ ਸਤਨਾਮ ਦਾ ਜਾਪ ਕਰਨਾ, ਤੇ ਤੀਜੀ ਸੀ ਘਰ ਆਏ ਲੋੜਵੰਦ ਦੀ ਮਦਦ ਕਰਨੀ। ਗੁਰੂ ਨਾਨਕ ਦਾ ਘਰ ਇਹ ਗੱਲਾਂ ਸਿਖਾਉਂਦਾ ਹੈ, ਮਤ ਸਮਝਣਾ ਇਹ ਗੱਲਾਂ ਨਹੀਂ ਸਿਖਾਉਂਦਾ, ਗੁਰੂ ਨਾਨਕ ਦਾ ਘਰ ਸਿਖਾਉਂਦਾ ਹੈ। ਤੇ ਭਾਈ ਮਰਦਾਨਾ, ਭਾਈ ਦਾਨਾ ਜੀ ਨੇ ਉਹ ਗੁਰੂ ਦੇ ਅੱਗੇ ਸਿਰ ਝੁਕਾਇਆ। ਤੇ ਹੁਣ ਸਤਿਗੁਰੂ ਕਹਿਣ ਲੱਗੇ, ਦਾਨਿਆ ਘਰਦਿਆਂ ਨੇ ਤੇ ਤੇਰਾ ਨਾਮ ਦਾਨਾ ਰੱਖਿਆ ਸੀ, ਪਰ ਤੂੰ ਸੱਚਮੁੱਚ ਮਰਦਾਨਾ ਹੈ। ਦਾਨੇ ਦਾ ਅਰਥ ਸਿਆਣਾ ਹੁੰਦਾ ਤੇ ਮਰਦਾਨੇ ਦਾ ਅਰਥ ਸੂਰਮਾ ਹੁੰਦਾ। ਤੂੰ ਪਹਿਲਾਂ ਕੇਵਲ ਸਿਆਣਾ ਸੀ, ਹੁਣ ਤੂੰ ਸੂਰਮਾ ਵੀ ਹੈ। ਔਰ ਉਹ ਮਰਦਾਨਾ ਸੂਰਮਾ ਹੀ ਸੀ, ਜਿਸ ਮਰਦਾਨੇ ਨੇ ਲਗਭਗ 54 ਸਾਲ ਗੁਰੂ ਨਾਨਕ ਦੇ ਹਰ ਥਾਂ ਦੇ ਨਾਲ ਜਾ ਕੇ ਉਹ ਰਵਾਬ ਦੇ ਉੱਤੇ ਆਪਣੀਆਂ ਤੰਦਾਂ ਨੂੰ ਛੇੜਦਾ ਰਿਹਾ। ਔਰ ਇੱਕ ਵਾਰੀ ਕਹਿਣ ਲੱਗਾ, ਪਾਤਸ਼ਾਹ ਤੇਰਾ ਤੇ ਮੇਰਾ ਕੋਈ ਬਹੁਤਾ ਫਰਕ ਨਹੀਂ, ਮਰਦਾਨਿਆ ਉਹ ਕਿਵੇਂ? ਤੇ ਗੁਰੂ ਨਾਨਕ ਕਹਿਣ ਲੱਗੇ, ਬਾਬਾ ਤੂੰ ਰੱਬ ਦਾ ਡੂਮ ਤੇ ਮੈਂ ਤੇਰਾ ਡੂਮ, ਵੀ ਤੂੰ ਰੱਬ ਦਾ ਡੂਮ ਤੇ ਮੈਂ ਤੇਰਾ ਡੂਮ। ਤੂੰ ਅਕਾਲ ਪੁਰਖ ਪਰਮੇਸ਼ਰ ਨੂੰ ਪਾਇਆ ਹੈ ਤੇ ਮੈਂ ਗੁਰ ਪਰਮੇਸ਼ਰ ਨਾਨਕ ਨੂੰ ਪਾਇਆ ਹੈ, ਦੱਸ ਤੇਰਾ ਤੇ ਮੇਰਾ ਭੇਦ ਕਿਵੇਂ ਹੋਇਆ? ਤੇ ਅੱਗੋਂ ਗੁਰੂ ਨਾਨਕ ਸਾਹਿਬ ਕਹਿੰਦੇ, ਮਰਦਾਨਿਆ ਸੱਚ ਹੀ ਤਾਂ ਕਹਿਣਾ, ਜਿੱਥੇ ਤੇਰਾ ਵਾਸਾ ਉੱਥੇ ਮੇਰਾ ਵਾਸਾ, ਜਿੱਥੇ ਤੇ ਤੇਰੀ ਨਜ਼ਰ ਉੱਥੇ ਮੇਰੀ ਨਜ਼ਰ। ਇਹ ਹੈ ਜਿਹਨੇ ਗੁਰੂ ਵਾਲਾ ਬਣ ਕੇ ਗੁਰੂ ਦੇ ਬਚਨਾਂ ਨੂੰ ਕਮਾ ਲਿਆ ਹੈ, ਜਿਹਨੇ ਗੁਰੂ ਦੇ ਬਚਨਾਂ ਨੂੰ ਕਮਾਇਆ ਹੈ। ਅੰਮ੍ਰਿਤ ਇੱਕ ਗੁਰੂ ਦੇ ਬਚਨਾਂ ਨੂੰ ਕਮਾਉਣ ਦਾ ਇੱਕ ਜ਼ਰੀਆ ਹੈ ਔਰ ਦਾਖਲਾ ਹੈ। ਬਿਨਾਂ ਸਕੂਲ ਦੇ ਵਿੱਚ ਦਾਖਲਾ ਲੈਣ ਤੋਂ ਪੜ੍ਹਾਈ ਨਹੀਂ ਹੁੰਦੀ। ਕੋਈ ਕਹੇ ਮੈਂ ਫੌਜੀ ਦਾ ਬਣਨਾ ਹੈ ਪਰ ਫੌਜੀ ਦੀ ਵਰਦੀ ਨਹੀਂ ਪਾਉਣੀ, ਨਹੀਂ ਬਣ ਸਕਦਾ। ਸਕੂਲ 'ਚ ਪੜ੍ਹਨਾ ਦੇਸੇ ਜੀ ਹੈ ਪਰ ਇਹਦੀ ਵਰਦੀ ਨਹੀਂ ਪਾਉਣੀ, ਨਹੀਂ ਪੜ੍ਹ ਸਕਦਾ। ਅਗਲੇ ਕਹਿੰਦੇ ਸਾਡਾ ਡਿਸਿਪਲਿਨ ਹੈ, ਸਾਡਾ ਅਨੁਸ਼ਾਸਨ ਹੈ। ਉਹ ਸਿੱਖਾ ਜੇ ਸਿੱਖ ਕਹਾਉਣਾ ਹੈ ਤੇ ਫਿਰ ਗੁਰੂ ਦੀ ਵਰਦੀ ਤਾਂ ਪਾਉਣੀ ਪੈਣੀ ਹੈ। ਸੱਚਮੁੱਚ ਜੇ ਗੁਰੂ ਦੇ ਪੰਥ ਵੀ ਸ਼ਾਮਲ ਹੋਣਾ ਹੈ, ਉਸ ਪੰਥ ਦਾ ਪਾਂਧੀ ਬਣਨਾ, ਫਿਰ ਇਹ ਖੰਡੇ ਬਾਟੇ ਦੀ ਪਹੁਲ ਲੈਣੀ ਪੈਣੀ ਹੈ। ਐਵੇਂ ਭੁਲੇਖਿਆਂ ਵਿੱਚ ਆਪਣੀ ਜ਼ਿੰਦਗੀ ਨਾ ਖਰਾਬ ਕਰੀਏ। ਸਾਡੇ ਸਿਰ ਸੰਬੰਧੀ ਹਨ, ਜਿਹੜੇ ਰਿਸ਼ਤੇਦਾਰ ਸੰਬੰਧੀ ਮਿੱਤਰ ਦੋਸਤ ਹਨ, ਇਹ ਤਾਂ ਮੈਨੂੰ ਪਤਾ ਵੀ ਇਸ ਕਲਾਸ ਵਿੱਚ ਸ਼ਾਮਲ ਹੋਣ ਵਾਲੇ ਲਗਭਗ ਸਾਰਿਆਂ ਨੇ ਅੰਮ੍ਰਿਤਪਾਨ ਕੀਤਾ ਹੋਏਗਾ, ਪਰ ਜੇ ਨਹੀਂ ਵੀ ਕੀਤਾ ਤਾਂ ਫਿਰ ਵੀ ਹੱਥ ਜੋੜ ਬੇਨਤੀ ਕਰਦਾ ਕਿ ਆਪਾਂ ਗੁਰੂ ਵਾਲੇ ਜ਼ਰੂਰ ਬਣਨਾ ਹੈ। ਤੇ ਜੇ ਨਹੀਂ ਤੇ ਆਪਣੇ ਸੰਬੰਧੀ ਮਿੱਤਰ ਦੋਸਤ ਸੱਜਣਾ ਨੂੰ ਇੱਕ ਸੁਨੇਹਾ ਪਹੁੰਚਾਈਏ। ਔਰ ਇਹ ਦਾਤ ਜਿਹੜੀ ਗੁਰੂ ਨਾਨਕ ਦੀ ਦਿੱਤੀ ਹੋਈ ਹੈ, ਔਰ ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲੇ ਪਾਤਸ਼ਾਹ ਨੇ ਜਿਹਨੂੰ ਸੰਪੂਰਨਤਾ ਬਖਸ਼ੀ ਸੀ, ਫਰਕ ਕੋਈ ਨਹੀਂ ਸੀ। ਪਹਿਲਾਂ ਗੁਰੂ ਨਾਨਕ ਨੇ ਸਿੱਕਾ, ਭਾਈ ਗੁਰਦਾਸ ਜੀ ਕਹਿੰਦੇ, ਮਾਰਿਆ ਸਿੱਕਾ ਜਗਤੋਂ ਤੇ ਨਾਨਕ ਨਿਰਮਲ ਪੰਥ ਚਲਾਇਆ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਨਿਰਮਲ ਪੰਥ ਦਾ ਨਾਂ ਹੀ ਬਦਲਿਆ ਖਾਲਸਾ ਪੰਥ। ਨਿਰਮਲ ਦਾ ਅਰਥ ਵੀ ਸ਼ੁੱਧ ਹੈ ਤੇ ਖਾਲਸਾ ਦਾ ਅਰਥ ਵੀ ਸ਼ੁੱਧ ਹੈ, ਫਰਕ ਦੋਨਾਂ ਵਿੱਚ ਕੋਈ ਨਹੀਂ। ਗੁਰੂ ਨਾਨਕ ਦਾ ਨਿਰਮਲ ਪੰਥ ਹੀ ਖਾਲਸਾ ਪੰਥ ਬਣਿਆ। ਜਿਹੜਾ ਪੰਥ ਵੱਡਾ ਹੋ ਗਿਆ ਸੀ, ਦੇਹਧਾਰੀ ਗੁਰੂ ਦਾ ਸਿਲਸਿਲਾ ਖਤਮ ਹੋਣ ਵਾਲਾ ਸੀ, ਸਿੱਖਾਂ ਨੂੰ ਸਿੱਖੀ 'ਚ ਸ਼ਾਮਲ ਕਰਨ ਦੇ ਲਈ ਉਹ ਮਰਿਆਦਾ ਸੀ ਜਿਹੜੀ ਪਰਮਾਨੈਂਟ ਬਣਾ ਦਿੱਤੀ, ਉਹ ਸੀ ਅੰਮ੍ਰਿਤ ਦੀ ਦਾਤ, ਉਹ ਸੀ ਖੰਡੇ ਬਾਟੇ ਦੀ ਪੌਲ। ਇਸ ਵਾਸਤੇ ਸਾਨੂੰ ਬਹੁਤ ਹੀ ਵਧੀਆ ਢੰਗ ਦੇ ਨਾਲ ਸਾਡੇ ਬੱਚੀ ਇੰਦਰਪ੍ਰੀਤ ਕੌਰ ਜੀ, ਜਿਹੜੀ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਦੀ ਬੱਚੀ ਹੈ, ਇਹਨਾਂ ਨੇ ਬਹੁਤ, ਕਿਉਂਕਿ ਇਹ ਸਾਡੇ ਕਾਲਜ ਦੇ ਕੰਪੀਟੀਸ਼ਨ ਦੇ ਵਿੱਚ ਜਦੋਂ ਹੁੰਦੇ ਸੀ, ਮਿਸ਼ਨਰੀ ਕਾਲਜ ਦੇ ਸਾਲਾਨਾ ਸਮਾਗਮ ਹੁੰਦੇ ਸਨ, ਉੱਥੇ ਵੀ ਇਹਦਾ ਲੈਕਚਰ ਅਸੀਂ ਸੁਣਦੇ ਰਹੇ ਹਾਂ। ਫਿਰ ਉੱਥੇ ਵਾਰਤਾਲਾਪ ਵਿੱਚ ਵੀ ਇਹਨਾਂ ਦੇ ਗੱਲਾਂ ਸੁਣਦੇ ਰਹੇ ਹਾਂ। ਬਚਪਨ ਤੋਂ ਹੀ ਖੈਰ ਇਹਨਾਂ ਦੇ ਨਾਲ, ਬੱਚੀ ਦੇ ਨਾਲ ਸਾਡਾ ਜਾਣਕਾਰੀ ਹੈ ਤੇ ਮੈਂ ਸੁਣਿਆ ਹੋਇਆ ਹੋਣ ਕਰਕੇ ਹੀ ਬੇਨਤੀ ਕੀਤੀ ਸੀ। ਤੇ ਜਿਹੜੀ ਬੇਨਤੀ ਪ੍ਰਵਾਨ ਕੀਤੀ ਉਸ ਦਾ ਬਹੁਤ ਬਹੁਤ ਧੰਨਵਾਦ, ਤਹਿ ਦਿਲੋਂ ਧੰਨਵਾਦ ਇੰਦਰਪ੍ਰੀਤ ਕੌਰ ਜੀ, ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਦਾ ਵੀ, ਜਿਨ੍ਹਾਂ ਨੇ ਇਹ ਕਿਰਪਾ ਕਰਕੇ ਸਮਾਂ ਜਿਹੜਾ ਸੀ ਬਖਸ਼ਿਸ਼ ਕੀਤਾ। ਤੋਂ ਚਰਨਜੀਤ ਸਿੰਘ ਜੀ,
ਕੋਈ ਸਵਾਲ ਜਿਹੜੇ ਹਨ ਕਿਰਪਾ ਕਰਕੇ ਤੁਸੀਂ ਉਹ ਲੈ ਸਕਦੇ ਹੋ ਤੇ ਆਪਾਂ ਸਵਾਲਾਂ ਨੂੰ ਲੈ ਕੇ ਕਲਾਸ ਦੀ ਸਮਾਪਤੀ ਕਰੀਏ, ਕਿਉਂਕਿ ਪੈਨਲ ਦੀ ਮੀਟਿੰਗ ਕਰਨੀ ਹੈ। ਪੈਨਲ ਦੇ ਮੈਂਬਰਸ ਨੂੰ ਅੱਜ ਬੇਨਤੀ ਹੈ ਕਿ ਉਹ ਅੱਜ ਤੁਹਾਨੂੰ ਪਾਸਵਰਡ ਵੀ ਭਰਨਾ ਪਏਗਾ ਤੇ ਆਈਡੀ ਵੀ ਚੇਂਜ ਹੋਈ ਹੈ, ਕਿਉਂਕਿ ਮੇਰਾ ਲੈਪਟਾਪ ਬੰਦ ਹੋ ਜਾਏਗਾ ਹੁਣੇ। ਦੂਜਾ ਤੁਹਾਡੀ ਆਈਡੀ ਵੀ ਚੇਂਜ ਹੈ ਤੇ ਅਕਾਊਂਟ ਵੀ ਹੋਰ ਹੈ, ਹਰਪ੍ਰੀਤ ਕੌਰ ਦੇ ਨਾਂ ਦਾ ਅਕਾਊਂਟ ਹੈ, ਜਿੱਥੇ ਉਹ ਮੀਟਿੰਗ ਜਿਹੜੀ 10:05 ਜਾਂ 10 ਵਜੇ ਸ਼ੁਰੂ ਕਰਾਂਗੇ। ਮੇਰੀ ਬੇਨਤੀ ਹੈ ਵੀ ਅੱਜ ਥੋੜੀ ਜਿਹੀ ਮਿਹਨਤ ਕਰਨੀ ਪਏਗੀ, ਉਹਦੇ 'ਚ ਆਈਡੀ ਤੇ ਪਾਸਵਰਡ ਵੀ ਭਰਨਾ ਪਏਗਾ। ਤਾਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਤੇ ਤਹਿ ਦਿਲੋਂ ਧੰਨਵਾਦ ਬੱਚੀ ਦਾ। ਮੈਂ ਫਤਿਹ ਵਜਾਉਂਦਾ ਹਾਂ। ਚਰਨਜੀਤ ਸਿੰਘ ਜੀ, ਤੁਸੀਂ ਸਵਾਲ ਹੈ ਤਾਂ ਕੋਈ ਲੈ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।